नहीं है कितनी गलत गल है और सानू कोई पूछन तक भी नहीं आया 3 हफ्ते तो क्यों की प्रॉब्लम की है ਤੁਹਾਨੂੰ चेयरमैन किसी को भी ऐसा उनको इंसेंटिव नहीं है कि आके एक बार आके गल ही कर लो ਅਸੀਂ आ रहे हैं बैठ रहे हैं जा रहे हैं कोई किसी को कोई मतलब नहीं है जाओ करो अपना काम सर आप ये देखो कि लेडीज स्टाफ है कितनी प्रॉब्लम हो सकती है लेडीज के साथ में कोई हार्ट पेशेंट है कोई पेशेंट है टॉयलेट ਦੀ ਪ੍ਰੋਬਲਮ ਨਹੀਂ ਹੈ ਕਿਸ ਤਰ੍ਹਾਂ ਅਸੀਂ ਅਰੇਂਜ ਕਰਦੇ ਆ ਇਹ ਸਾਨੂੰ ਹੀ ਪਤਾ ਹੈ ਇਹ ਸਾਡਾ ਸਕੂਲ ਹੈ फैमिली है ਇਹ ਸਾਡਾ ਫੈਮਿਲੀ ਹੈ ਜੇ ਕਹ ਰਹੇ ਆਪੋਜੀਸ਼ਨ ਦੇ ਉੱਤੇ ਕਹਿ ਰਹੇ ਕਿ ਆਪੋਜੀਸ਼ਨ ਸਾਨੂੰ ਇਨਫਲੂਐਂਸ ਕਰ ਰਿਹਾ ਹੈ ਜੇ ਸਾਨੂੰ ਅੰਦਰ ਬੈਠਣ ਦਿੱਤਾ ਗਿਆ ਹੁੰਦਾ ਕਿ ਆਪੋਜੀਸ਼ਨ ਕੋਈ ਅੰਦਰ ਆ ਸਕਦਾ ਸੀ ਸਟੇਡੀਆ ਨਹੀਂ किसके लिए यहाँ बैठे हो क्या मैंने इन्फ्लुएंस करके बिठाया है ਅਗਸਤ ਤੱਕ ਦੀਆਂ ਤਨਖਾਹਾਂ ਸਾਰੇ ਸਟਾਫ ਨੂੰ ਦੇ ਚੁੱਕੀਆਂ ਤੇ ਤੁਹਾਡਾ ਧਰਨਾ ਇੱਥੋਂ ਖਤਮ ਕਿਉਂ ਨਹੀਂ ਹੋ ਰਿਹਾ 49% ਹੀ ਰਿਲੀਜ਼ ਹੋਇਆ ਹੈ 49% ਨੂੰ 100% ਮੰਨੀ ਜਾ ਰਹੇ ਨੇ ਇਹ ਪ੍ਰੋਟੈਸਟ ਨੂੰ ਚੱਕਿਆ ਜਾਏ ਕੋਰਟ ਵੀ ਸਾਨੂੰ ਕਹਿ ਰਹੀ ਹੈ ਕਿ ਇਮੇਜ ਹੈਂਪਰ ਹੋ ਰਹੀ ਹੈ ਤੁਸੀਂ ਇਹਨੂੰ ਚੱਕੋ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕੱਲਾ ਰੋਨਲੀ ਰੋਡ 'ਚ ਨਹੀਂ ਹੈਗਾ ਬੜੀ ਸਾਰੀ ਬ੍ਰਾਂਚਿਸ ਹੈਗੀਆਂ ਕਿ ਉੱਥੇ ਦੇ ਲੋਕ ਤਾਂ ਧਰਨੇ ਤੇ ਨਹੀਂ ਬੈਠੇ ਨਾ ਸਾਡੇ ਨਾਲ ਇੱਥੇ 4 ਸਕੂਲ ਨੇ ਇਲਜ਼ਾਮ ਤੁਹਾਡੇ ਤੇ ਵੀ ਲੱਗਦਾ ਪਿਆ ਤੁਸੀਂ ਵਿਪਕਸ਼ ਦੀ ਸ਼ਹਿ ਦੇ ਉੱਪਰ ਔਰ ਵਿਪਕਸ਼ ਦੇ ਜਿਹੜਾ ਹੈਗਾ ਉਹਨਾਂ ਦੇ ਨਾਲ ਰਲ ਕੇ ਮਿਲੀ ਭਗਤ ਚਲਾ ਕੇ ਸਕੂਲ ਦੇ ਬਾਹਰ ਧਰਨਾ ਲਵਾਉਣ ਦੇ ਵਿੱਚ ਟੀਚਰਾਂ ਨੂੰ ਗੁੰਮਰਾਹ ਕਰ ਰਹੇ ਹੋ ਕਿ ਪੋਸਟ ਗ੍ਰੈਜੂਏਟ ਟੀਚਰਸ ਨੂੰ ਅਸੀਂ ਇਨਫਲੂਐਂਸ ਕਰ ਸਕਦੇ ਡਿਮਾਂਡ ਇਹਨਾਂ ਦੀ ਸੈਲਰੀ ਹੈ ਸੈਲਰੀ ਤੋਂ ਇਲਾਵਾ ਤਾਂ ਕੁਝ ਨਹੀਂ ਮੰਗ ਰਹੇ ਸਾਨੂੰ ਕਿਉਂ ਛੱਡ ਦਿੱਤਾ ਆਪੋਜੀਸ਼ਨ ਦੇ ਉੱਤੇ ਹੱਥ ਦੇ ਉੱਤੇ ਕਿ ਉਹ ਸਾਨੂੰ ਇਨਫਲੂਐਂਸ ਕਰਨ ਤੁਹਾਨੂੰ ਹੀ ਦਰਦ ਹੈਗਾ ਤੁਸੀਂ ਇਕੱਲੇ ਬੋਲਦੇ ਹੋ ਮੈਨੂੰ ਕੁਝ ਲਾਅ ਦੀ ਨੌਲੇਜ ਹੈਗੀ ਆ ਮੈਂ ਦਿੱਲੀ ਐਜੂਕੇਸ਼ਨ ਐਕਟ ਪੜ੍ਹਿਆ ਮੈਂ ਸੀਸੀਐਸ ਰੂਲਸ ਪੜ੍ਹੇ ਹੋਏ ਨੇ ਨੂੰ ਲਾਅ ਦੀ ਨੌਲੇਜ ਹੋ ਸਕਦੀ ਹੈ ਤੁਸੀਂ ਐਕਟ ਪੜ੍ਹੇ ਹੋ ਸਕਦੇ ਪਰ ਆਪਣਾ ਹੱਕ ਮੰਗਣ ਵਾਸਤੇ ਤੇ ਕੋਈ ਨੌਲੇਜ ਨਹੀਂ ਹੋ ਸਕਦੀ ਨਾ ਮੈਂ ਕਹਿ ਰਿਹਾ ਤੁਹਾਡੇ ਤੋਂ ਇਲਾਵਾ ਮੈਨੂੰ ਕੋਈ ਦੋ ਤਾਂ ਸਹੀ ਜੋ ਬੋਲੇ किसके लिए यहाँ बैठे हो क्या मैंने इन्फ्लुएंस करके बिठाया है ਉਹ ਸਿਰਫ ਹਮਾਰੀ ਬਾਤ ਕਹਿ ਰਹੀ ਹੈ ਇਸ ਕਰਕੇ ਅਸੀਂ ਜਸਵੰਤ ਮੈਮ ਨੂੰ ਕਹਿੰਦੇ ਆ ਜਸਵੰਤ ਮੈਮ ਤੁਸੀਂ ਗੱਲ ਕਰੋ ਕਿਉਂਕਿ ਤੁਸੀਂ ਗੱਲ ਕਰ ਸਕਦੇ ਹੋ ਤੇ ਆਪਣੀ ਲੋੜ ਨੂੰ ਤਾਂ ਹਰ ਕੋਈ ਆਪ ਹੀ ਗੱਲ ਕਰ ਸਕਦਾ ਨਾ ਇਸ ਬਾਕੀ ਕਿਉਂਕਿ ਮੈਂ ਪਿਛਲੀ ਵਾਰੀ ਵੀ ਟੀਚਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕੋਈ ਅੱਗੇ नहीं सी आंदा अभी लॉकडाउन के अंदर मैंने पूरी स्कूल के अंदर ड्यूटी करी पूरा गुरुद्वारा का राशन आया बाहरों के लिए गया मुझे 10 किलो आटा नहीं मिला सैलरी आ रही है मेरी 10,000 रुपये जबकि मेरी सैलरी है 50,000 रुपये हम राजनेता या राजनीति करने नहीं आते ना हम सिर्फ पढ़ाने आते हैं ना ਤੁਹਾਡੇ ਧਰਨਿਆਂ ਦੇ ਵਿੱਚ ਇੱਥੇ ਆ ਕੇ ਸਪੋਰਟ ਦੇਣ ਨੂੰ ਮੈਂ ਸ਼ੈ ਨਾ ਮੰਨਾਂ ਗੁੰਮਰਾਹ ਕਰਨਾ ਨਾ ਮੰਨਾਂ ਤੇ ਕੀ ਮੰਨਾਂ ਕਿਉਂਕਿ ਸਿੱਟਾ ਤਾਂ ਤੁਸੀਂ ਕੱਢ ਨਹੀਂ ਪਾ ਰਹੇ 10 ਦਿਨ ਪਹਿਲੇ ਵੀ ਤੁਸੀਂ ਕੁਝ ਨਹੀਂ ਕਰ ਸਕੇ ਸੀ ਅੱਜ ਵੀ ਤੁਸੀਂ ਕੁਝ ਨਹੀਂ ਕਰ ਸਕੇ बिल्कुल गलत ਅਸੀਂ ਕੋਈ ਆਪੋਜੀਸ਼ਨ ਚ ਹੋ ਨਹੀਂ ਅਸੀਂ ਕੋਈ ਆਪੋਜੀਸ਼ਨ ਚ ਹੋ ਨਹੀਂ ਆਪੋਜੀਸ਼ਨ ਹੈ ਨਹੀਂ ਲੇਕਿਨ ਅਸੀਂ ਆਪੋਜੀਸ਼ਨ ਨਹੀਂ ਹੈ ਅਸੀਂ ਆਪੋਜੀਸ਼ਨ ਦਾ ਰੋਲ ਨਹੀਂ ਅਦਾ ਕਰ ਰਹੇ ਅੱਜ ਵੀ ਤੁਸੀਂ ਆਏ ਸੀਗੇ 10 ਦਿਨਾਂ ਤੋਂ ਮੈਨੂੰ ਐ ਦੱਸੋ ਧਰਨਾ ਤਾਂ ਅੱਜ ਵੀ ਉਦੋਂ ਦਾ ਉਦਾਂ ਲੱਗਾ ਪਿਆ ਤੁਸੀਂ ਕਿੱਦਣ ਜਾ ਕੇ ਦਿੱਲੀ ਕਮੇਟੀ ਦੇ ਬਾਹਰ ਜਾ ਕੇ ਧਰਨਾ ਦਿੱਤਾ ਹੋਵੇ ਜਾਂ ਕਿੱਦਣ ਜਾ ਕੇ ਦਿੱਲੀ ਕਮੇਟੀ ਦੇ ਪ੍ਰਧਾਨ ਜਾਂ ਜਨਰਲ ਸੈਕਟਰੀ ਨਾਲ ਗੱਲਬਾਤ ਕੀਤੀ ਹੋਵੇ ਤੇ ਮੈਂ ਇਹਨੂੰ ਰਾਜਨੀਤੀ ਤੋਂ ਪ੍ਰੇਰਿਤ ਨਾ ਮੰਨਾਂ ਤੇ ਕੀ ਮੰਨਾਂ ਕਿਉਂਕਿ ਤੁਸੀਂ 10 ਦਿਨ ਪਹਿਲੇ ਵੀ ਉਦਾਂ ਹੀ ਆਏ ਸੀ ਅੱਜ ਵੀ ਉਦਾਂ ਹੀ ਆਇਓ ਅਸੀਂ ਉਹਨਾਂ ਕੋਲ ਕਿਉਂ ਜਾਈਏ ਜਦ ਉਹਨਾਂ ਦਾ ਸਟਾਫ ਹੀ ਇੱਥੇ ਧਰਨੇ ਤੇ ਬੈਠਾ ਉਹਨਾਂ ਨੂੰ ਨਹੀਂ ਨਜ਼ਰ ਆ ਰਿਹਾ ਜਦ ਦੋ ਪਰਿਵਾਰਾਂ ਦੀ ਲੜਾਈ ਹੁੰਦੀ ਹੈ ਤੀਜਾ ਪਰਿਵਾਰ ਛੁਡਾਣ ਆਂਦਾ ਕਿ ਨਹੀਂ ਆਂਦਾ ਗੱਲ ਕਰਨ ਆਂਦਾ ਕਿ ਨਹੀਂ ਆਂਦਾ ਹੁਣ ਸਾਨੂੰ ਜਦ ਤੱਕ ਸੈਲਰੀ ਨਹੀਂ ਮਿਲੇਗੀ ਨਾ ਤੇ ਅਸੀਂ ਬਿਲਕੁਲ ਕੰਮ ਕਰਨਾ ਹੀ ਨਹੀਂ ਹੈਗਾ ਸਾਨੂੰ 100% ਸੈਲਰੀ ਚਾਹੀਦੀ ਹੈ ਸਿੱਟਾ ਵੀ ਤਾਂ ਨਿਕਲੇ ਸਿੱਟਾ ਕਦੋਂ ਨਿਕਲੇਗਾ ਸਰ ਫਿਰ ਆਪੋਜੀਸ਼ਨ ਦਾ ਰੋਲ ਕੌਣ ਅਦਾ ਕਰੇਗਾ ਇਹਨਾਂ ਨੇ ਸੈਲਰੀ ਪੂਰੀ ਦੇਤੀ ਅਸੀਂ ਇਹਨਾਂ ਦੇ ਅਕਾਊਂਟਾਂ 'ਚੋਂ ਸੈਲਰੀ ਕੱਢ ਲਈਏ ਅਗਰ ਇੰਨੀ ਆਵਾਜ਼ ਵੀ ਨਾ ਚੁੱਕਣ ਤੇ ਇਹਨਾਂ ਦੇ ਹਾਲਾਤ ਸੋਚੋ ਕੀ ਹੋਣਗੇ ਐਜ਼ ਅ ਆਪੋਜੀਸ਼ਨ ਅਸੀਂ ਮੈਂ ਤਾਂ ਬਲੇਮ ਲੈਣ ਨੂੰ ਤਿਆਰ ਹਾਂ ਅਗਰ ਮੇਰੇ ਭੈਣਾਂ ਨੂੰ ਹੱਕ ਮਿਲਦਾ ਹੈ ਰਾਜਨੀਤੀ ਸਿਰਫ ਵਿਪਕਸ਼ ਆਏਗਾ ਫੋਟੋਆਂ ਖਿਚਾ ਕੇ ਫੇਸਬੁੱਕ ਤੇ ਪਾ ਦੇਵਾਂਗੇ ਦਿਖਾ ਦਾਂਗੇ ਅਸੀਂ ਨਾਲ ਆ ਉਸ ਤੱਕ ਸੀਮਿਤ ਰਹੇਗੀ ਅੱਗੇ ਕੋਈ ਸੋਲੂਸ਼ਨ ਵੱਲ ਵਧੇਗਾ ਕਿਸੇ ਤਰੀਕੇ ਕੋਈ ਕੰਮ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਇਹ ਗੱਲ ਕਹਿ ਰਹੇ ਹਾਂ ਕਿ ਅਗਰ ਇਹਨਾਂ ਨੇ ਇਸ ਹਫਤੇ ਦੇ ਵਿੱਚ ਸੋਲੂਸ਼ਨ ਨਹੀਂ ਕੱਢਿਆ ਤੇ ਅਸੀਂ ਅੱਗੇ ਬਹੁਤ ਵੱਡਾ ਮੋਰਚਾ ਲਗਾਵਾਂਗੇ ਔਰ ਇਨਡਾਇਰੈਕਟਲੀ ਇਹ ਕਹੀ ਜਾ ਰਹੀ ਹੈ ਕਿ ਕੋਰਟ ਤੋਂ ਵੀ ਧਮਕੀ ਆਈ ਹੈ ਸੂਤਰ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਬੰਦੇ ਦੇ ਨਾਲ ਡੀਐਸਜੀਐਮਸੀ ਦੇ ਹਰ ਉਸ ਸਟਾਫ ਦੇ ਨਾਲ ਖੜਾ ਹੈ ਅਗਰ ਉਹਦੇ ਨਾਲ ਇਨਜਸਟਿਸ ਹੋ ਰਿਹਾ ਤੇ ਉਸ ਆਖਰੀ ਕਤਾਰ ਵਾਲੇ ਬੰਦੇ ਦੇ ਨਾਲ ਵੀ ਆਪੋਜੀਸ਼ਨ ਖੜਾ ਹੋਏਗਾ ਆਵਾਜ਼ ਚੁੱਕਣਾ ਉੱਥੇ ਤੱਕ ਲੈ ਕੇ ਜਾਣਾ ਜਿਹੜੇ ਗੁੰਗੇ ਬਹਿਰੇ ਬਣ ਕੇ ਬੈਠੇ ਨੇ ਅੰਨੇ ਬਣ ਕੇ ਬੈਠੇ ਨੇ ਉੱਤੇ ਅਹੁਦਿਆਂ ਤੇ ਕੀ ਗੱਲ ਲੱਗੀ ਕਿ ਤੁਸੀਂ ਅਸੈਪਟ ਤਾਂ ਕਰ ਰਹੇ ਹੋ ਨਾ ਕਿ ਆਪੋਜੀਸ਼ਨ ਮੁੱਦਿਆਂ ਨੂੰ ਚੁੱਕ ਰਿਹਾ ਇਹ ਮੁੱਦਾ ਨਹੀਂ ਹੈ ਇਹ ਇਨਸਾਫ ਦੀ ਗੱਲ ਹੈ ਬਣਾਉਣ ਵਾਲੀ ਟੀਚਰਾਂ ਨੇ ਸਾਡੇ ਗੁਰੂ ਨੇ ਇਹਨਾਂ ਦੇ ਹੱਕਾਂ ਦੀ ਗੱਲ ਨਹੀਂ ਕਰਾਂਗੇ ਤੇ ਕਿਹਨਾਂ ਦੀ ਗੱਲ ਕਰਾਂਗੇ ਅੱਜ ਜੀਐਚਪੀਐਸ ਤੋਂ ਪੜ੍ਹ ਕੇ
ਸਾਡੇ ਵਰਗੇ ਬੰਦੇ ਕਿੱਥੇ ਦੇ ਕਿੱਥੇ ਸਟੈਂਡ ਨੇ। ਸਾਡੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਜਿਹੜੀ ਇੱਕ ਬੜਾ ਵੱਡਾ ਜਹਾਜ਼ ਸੀਗਾ, ਅੱਜ ਉਹ ਡੁੱਬਣ ਦੇ ਕਗਾਰ ਤੇ ਆ ਗਿਆ। ਇਹਨਾਂ ਨੇ ਤਾਂ ਕਾਰਪੋਰੇਟ ਬੋਡੀ ਆਫ ਬਣਾਤੀ ਹੈ। ਕਿਉਂ ਨਹੀਂ, ਇੱਕ ਭੈਣ ਜੀ ਨੇ ਕਿਹਾ ਕਿ ਸਾਡੇ ਘਰ ਇਹ ਹਾਲਾਤ ਹੋ ਗਏ ਕਿ ਰਾਸ਼ਨ ਵੀ ਨਹੀਂ ਹੈ, ਕਿ ਇੱਥੇ ਵੀ ਰਾਸ਼ਨ ਜਾ ਰਿਹਾ ਤੇ ਇੱਥੇ ਵੀ ਲੰਗਰ ਜਾ ਰਿਹਾ। ਇਹ ਇੰਨੀ ਭੈਣਾਂ ਸਾਡੀ ਬੈਠੀਆਂ ਨੇ, ਇਹਨਾਂ ਨੂੰ ਮੈਂ ਸ਼ਾਬਾਸ਼ ਕਵਾਂਗਾ। ਇਸ ਭੈਣਾਂ ਨੂੰ ਸੈਲਰੀ ਨਾ ਮਿਲਣ ਤੋਂ ਬਾਅਦ ਵੀ ਬੱਚਿਆਂ ਦੀ ਕਲਾਸਾਂ ਲੈ ਰਹੀਆਂ ਨੇ। ਆਪੋਜੀਸ਼ਨ ਚੁੱਪ ਹੋਏਗਾ ਨਾ, ਜੇ ਆਪੋਜੀਸ਼ਨ ਚੁੱਪ ਹੈਗਾ ਨਾ ਤੇ ਉਹ ਵੀ ਉਹਦੀ ਨਲਾਇਕੀ ਹੈ। ਪਰ ਦਿੱਲੀ ਦੇ ਵਿੱਚ ਹੋਰ ਵੀ 3-4 ਪਾਰਟੀਆਂ ਹੈ, ਉਹਨਾਂ ਨੂੰ ਵੀ ਹਲੂਣਾ ਕਿ ਉਹ ਸਿਰਫ ਦਿੱਲੀ ਦੇ ਵਿੱਚ ਉਹ ਇਲੈਕਸ਼ਨ ਲੜਨ ਤੱਕ ਸੀਮਿਤ ਹੈ ਜਾਂ ਵਾਕਈ ਆਪੋਜੀਸ਼ਨ ਦਾ ਰੋਲ ਅਦਾ ਕਰਨਾ। ਤੁਸੀਂ ਦੇਣਾ ਚਾਹਣ ਤੇ ਤੁਸੀਂ ਦੇਖੋ ਇਹਨਾਂ ਦੀ ਇੱਕ ਇੱਕ ਪਾਰਟੀ 'ਚ ਕਿੰਨਾ ਕਿੰਨਾ ਪੈਸਾ ਖਰਚ ਦਿੰਦੇ ਨੇ। ਕਹਿੰਦੇ ਜਿਹੜੀ ਗਾਂ ਸ਼ੇਰ ਦੇ ਮੂੰਹ ਆ ਜਾਵੇ ਉਹਦੇ ਹੱਡ ਵੀ ਨਹੀਂ, ਉਹਦਾ ਮਾਸ ਵੀ ਨਹੀਂ। ਜਿਹੜੀ ਕੌਮ ਚੋਂ ਅਣਖ ਤੇ ਗਈ ਗੈਰਤ, ਉਹ ਅੱਜ ਵੀ ਨਹੀਂ, ਉਹ ਕੱਲ ਵੀ ਨਹੀਂ। ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ। ਇਹਨਾਂ ਦਾ ਤੇ ਹੱਕ ਮਾਰਿਆ ਜਾ ਰਿਹਾ। ਇਹਨਾਂ ਦਾ ਕੌਮ ਤੇ ਇਹ ਦੱਸਣ ਵਾਲੀ ਸੀ ਵੀ ਕਿਸੇ ਦਾ ਅਗਰ ਹੱਕ ਮਾਰੋਗੇ ਉਹਦੇ ਵਾਸਤੇ ਸੂਰ ਖਾਣ ਦੇ ਬਰਾਬਰ ਹੈ, ਉਹਦੇ ਵਾਸਤੇ ਗਾਂ ਖਾਣ ਦੇ ਬਰਾਬਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੰਦ ਦੇਖ ਰਹੇ ਦਰਸ਼ਕਾਂ ਦਾ ਆਪ ਜੀ ਦਾ ਦਾਸ ਗੁਰਪ੍ਰੀਤ ਸਿੰਘ ਕੋਈ ਸਵਾਗਤ ਕਰਦੇ। ਇਸ ਟਾਈਮ ਅਸੀਂ ਮੌਜੂਦ ਹੈਗੇ ਹਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੇ ਬਾਹਰ। ਇਹ ਸੰਗਤ ਜੀ ਬਹੁਤ ਵੱਡਾ ਇੱਕ ਸਕੂਲ ਜਿਹਦੇ ਵਿੱਚ 4 ਤੋਂ 5,000 ਬੱਚਿਆਂ ਦਾ ਇਹਦੇ ਵਿੱਚ ਇੱਕ ਐਸਾ ਸਕੂਲ ਕਿ ਜਿੱਥੇ ਇੰਨੇ ਬੱਚੇ ਜਿਹੜਾ ਪੜ੍ਹਦੇ ਆ। ਔਰ ਆਪਾਂ ਕਹਿ ਦਈਏ ਜੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚੋਂ ਜਿੰਨੇ ਵੀ ਦਿੱਲੀ ਦੇ ਵਿੱਚ ਸਕੂਲ ਨੇ, ਇੱਕ ਬਹੁਤ ਵੱਡਾ ਇੱਕ ਸਕੂਲ ਇਹਨੂੰ ਮੰਨਿਆ ਜਾਂਦਾ। ਔਰ ਟੀਚਰਾਂ ਵੀ ਕਿਉਂਕਿ ਵੱਧ ਹੈਗੀਆਂ ਇਸ ਦੇ ਵਿੱਚ, ਸਭ ਤੋਂ ਜ਼ਿਆਦਾ ਨੇ। ਤਾਂ ਇੱਕ ਰਿਪੋਰਟ ਤੁਹਾਨੂੰ ਕੁਝ ਦਿਨਾਂ ਪਹਿਲੇ ਅਸੀਂ ਦਿਖਾਈ ਸੀ ਕਿ ਜਿਸ ਦੇ ਵਿੱਚ ਉਹ ਧਰਨੇ ਤੇ ਬੈਠੀਆਂ ਕੁਝ ਟੀਚਰਾਂ ਸਕੂਲ ਦੇ ਬਾਹਰ ਸੀਗੀਆਂ, ਆਪਣੇ ਤਨਖਾਹਾਂ ਦੀ ਮੰਗ ਕਰਨ ਵਾਸਤੇ ਧਰਨੇ ਤੇ ਬੈਠੀਆਂ ਹੋਈਆਂ ਸੀਗੀਆਂ। ਸੋ ਅੱਜ ਵੀ ਉਹ ਧਰਨਾ ਜਿਹੜਾ ਹੈਗਾ, ਤਕਰੀਬਨ ਤੁਹਾਨੂੰ ਅਸੀਂ 10-12 ਦਿਨ ਪਹਿਲੇ ਰਿਪੋਰਟ ਦਿਖਾਈ ਸੀਗੀ, ਅੱਜ ਵੀ ਉਹ ਧਰਨਾ ਲਗਾਤਾਰ ਇੱਥੇ ਬਣਿਆ ਹੋਇਆ। ਤੁਸੀਂ ਦੇਖੋਗੇ ਕਿ ਟੀਚਰਸ ਬੈਠੀਆਂ ਹੋਈਆਂ ਨੇ ਤੇ ਅੱਜ ਬਹੁਤ ਵੱਡੀ ਤਾਦਾਦ ਦੇ ਵੀ ਟੀਚਰਸ ਇੱਥੇ ਆਏ ਨੇ। ਤਕਰੀਬਨ 60-70 ਤੋਂ ਵੱਧ ਜਾਂ ਤਕਰੀਬਨ 100 ਦੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਟੀਚਰ ਇੱਥੇ ਮੌਜੂਦ ਨੇ ਔਰ ਇੱਧਰ ਆਈਆਂ ਹੋਈਆਂ ਨੇ। ਔਰ ਇੱਥੇ ਆ ਕੇ ਜਿਹੜਾ ਹੈਗਾ ਆਪਣਾ ਜਿਹੜਾ ਪ੍ਰਦਰਸ਼ਨ ਜਿਹੜਾ ਹੈਗੀ ਉਹ ਧਰਨਾ ਪ੍ਰਦਰਸ਼ਨ ਉਹ ਦਰਜ ਕਰਾ ਰਹੀ ਹੈ। ਮੰਗ ਸਿਰਫ ਇੰਨੀ ਹੈ ਕਿ ਤਨਖਾਹਾਂ ਜਿਹੜੀਆਂ ਸਾਨੂੰ ਤਨਖਾਹਾਂ ਦਿੱਤੀਆਂ ਜਾਣ। ਸੋ ਆਪਾਂ ਉਹਨਾਂ ਦੇ ਨਾਲ ਹੀ ਗੱਲਬਾਤ ਕਰਾਂਗੇ। ਸਾਡੇ ਨਾਲ ਜਸਵੰਤ ਕੌਰ ਜਿਹੜੇ ਹੈ ਇੱਥੇ ਮੌਜੂਦ ਵੀ ਨੇ। ਤੁਹਾਨੂੰ ਇਸ ਕੇਸ ਦੇ ਵਿੱਚ ਅਸੀਂ ਅਪਡੇਟ ਦੇ ਦਿੰਦੇ ਹਾਂ ਕਿ ਇੱਕ ਖਬਰ ਜਿਹੜੀ ਹੈਗੀ ਆਈ ਸੀਗੀ ਕਿ ਕੋਰਟ ਵੱਲੋਂ ਜਿਹੜੀ ਹੈਗੀ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਸੀਗੀ ਕਿ ਜੋ ਚੱਲਦੀ ਪਈ ਹੈ ਸੁਰਖੀਆਂ 'ਚ ਕਿ ਕੋਰਟ ਵੱਲੋਂ ਜਿਹੜੇ ਹੈਗੀ ਇੱਕ ਧਮਕੀ, ਸੌਫਟ ਧਮਕੀਆਂ ਜੋ ਵੀ ਹੈ ਵਟਐਵਰ ਇਹਨਾਂ ਨੂੰ ਦਿੱਤੀ ਗਈ ਹੈ ਕਿ ਧਰਨਾ ਛੇਤੀ ਖਤਮ ਕੀਤਾ ਜਾਵੇ, ਨਹੀਂ ਤੇ ਜਿਹੜੀ ਹੈ ਮਾਰਚ ਜਾਂ ਫਰਵਰੀ ਦੀ ਕੋਈ ਤਰੀਕ ਦਿੱਤੀ ਜਾਏਗੀ। ਇਹ ਕੱਲ ਮੈਸੇਜ ਸੋਸ਼ਲ ਮੀਡੀਆ ਤੇ ਵੀ ਕਾਫੀ ਚੱਲ ਰਿਹਾ ਸੀ। ਕੀ ਸੱਚਾਈ ਹੈ ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਪਰ ਜਸਵੰਤ ਕੌਰ ਸਾਡੇ ਨਾਲ ਜੋ ਕਿ ਟੀਚਰਸ ਐਸੋਸੀਏਸ਼ਨ ਦੇ ਉਹ ਵਾਈਸ ਪ੍ਰੈਜ਼ੀਡੈਂਟ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਗਾਤਾਰ ਆਪਾਂ ਉਦੋਂ ਵੀ ਆਏ ਸੀਗੇ, 10-12 ਦਿਨ ਹੋ ਗਏ ਆ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਹਜੇ ਤੱਕ ਤੁਹਾਡਾ ਪ੍ਰੋਟੈਸਟ ਉੱਠਿਆ ਨਹੀਂ ਹੈ। ਦਿੱਲੀ ਕਮੇਟੀ ਦਾਅਵਾ ਕਰਦੀ ਪਈ ਹੈ ਕਿ ਅਗਸਤ ਤੱਕ ਦੀਆਂ ਤਨਖਾਹਾਂ ਸਾਰੇ ਸਟਾਫ ਨੂੰ ਦੇ ਚੁੱਕੀਆਂ ਤੇ ਤੁਹਾਡਾ ਧਰਨਾ ਇੱਥੋਂ ਖਤਮ ਕਿਉਂ ਨਹੀਂ ਹੋ ਰਿਹਾ? ਸਰ ਜਿਹੜਾ ਉਹ ਦਾਵਾ ਕਰ ਰਹੇ ਨੇ ਅਗਸਤ ਤੱਕ ਦੀ ਤਨਖਾਹਾਂ ਦਾ, ਉਹ ਸਿਰਫ 50% ਹੀ 49% ਹੀ ਰਿਲੀਜ਼ ਹੋਇਆ ਹੈ। ਉਹ ਤੋੜ ਦੇ ਆਰਡਰ 49% ਦਾ ਕੀ? 49% ਉਹ ਰਿਲੀਜ਼ ਹੋਇਆ ਹੈ ਔਰ 49% ਨੂੰ 100% ਮੰਨੀ ਜਾ ਰਹੇ ਨੇ। ਤੇ ਇਹਦੇ ਵਾਸਤੇ ਤਾਂ ਹੁਣ ਮੈਂ ਕੀ ਚਾਹਨਾ 49% ਮਤਲਬ ਕੀ? ਜਿਹੜੀ ਤਨਖਾਹ ਸਾਡੀ ਬਣਦੀ ਹੈ, ਜਿਹੜੀ ਸਾਡੀ ਗ੍ਰੋਸ ਸੈਲਰੀ ਬਣਦੀ ਹੈ, ਉਹਦਾ 49% ਸਾਨੂੰ ਮਿਲਿਆ ਹੈ। ਤੇ ਐਕਚੁਅਲ ਦੇ ਵਿੱਚ ਤੋੜ ਦਾ ਵੀ 60% ਦਾ ਡਿਸੀਜਨ ਹੈ, ਉਹ 60% ਵੀ ਨਹੀਂ ਹੈ, 49% ਹੈ। ਤੇ ਕੋਰਟ ਦੇ ਵੀ ਉਹ ਇੰਟਰੀਮ ਆਰਡਰ ਸੀ ਜੇ ਸਿਰਫ 2 ਮਹੀਨੇ ਵਾਸਤੇ ਡਿਊਰਿੰਗ ਲਾਕਡਾਊਨ, ਜਿਹੜਾ ਕਿ ਅਪ੍ਰੈਲ ਤੇ ਮਈ ਦੀ ਤਨਖਾਹਾਂ ਵਾਸਤੇ ਸੀਗਾ। ਲੇਕਿਨ ਕੋਰਟ ਨੇ ਇਹਨੂੰ ਕੰਟੀਨਿਊ ਰੱਖਿਆ ਹੈਗਾ। ਉਹਨੂੰ ਮੈਂ ਅਪੀਲ ਦੇ ਵਿੱਚ ਜਾ ਰਹੀ ਹਾਂ, ਉਹ ਮੇਰੇ ਤੋਂ ਆਪਣਾ ਰਾਈਟ ਹੈਗਾ ਅਪੀਲ ਦੇ ਵਿੱਚ ਜਾਣ ਦਾ। ਕੱਲ ਜਿਹੜੀ ਕੋਰਟ ਪ੍ਰੋਸੀਡਿੰਗ ਹੋਈ ਸੀ, ਮੈਨੂੰ ਨਹੀਂ ਪਤਾ ਖਬਰਾਂ ਕਿੱਧਰੋਂ ਆਈਆਂ ਨੇ, ਲੇਕਿਨ ਜਿਹੜਾ ਸਾਡਾ ਪ੍ਰੋਟੈਸਟ ਦੀ ਗੱਲ ਹੈ, ਅਸੀਂ ਵੀ ਇੱਥੇ ਖੁਸ਼ ਨਹੀਂ ਹਜੇ ਸਰ ਬੈਠ ਕੇ। ਘਰ ਦੇ ਵਿੱਚ ਸਾਡੇ ਵੀ ਬੜੇ ਸਾਰੇ ਕੰਮ ਨੇ। ਲਗਾਤਾਰ ਬੈਠ ਰਹੇ ਹੋ ਇਹਨਾਂ ਦੇ ਨਾਲ? ਹਾਂਜੀ ਸਰ, ਸਾਨੂੰ 10-12 ਦਿਨ ਪਹਿਲੇ ਮੈਂ ਆਇਆ। 3 ਹਫ਼ਤੇ ਅੱਜ ਪੂਰੇ ਹੋ ਗਏ ਸਾਨੂੰ। ਤੇ ਅਸੀਂ ਸਵੇਰੇ 8 ਤੋਂ ਸ਼ਾਮੀ 8 ਵਜੇ ਤੱਕ ਬੈਠਦੇ ਹਾਂ ਇੱਥੇ, अपना प्रोटेस्ट जारी करते हैं और सानू बार बार बोले जा रहा है कि साडी इमेज हैम्पर हो रही है तो ये प्रोटेस्ट नूं चक्या जाए। कोर्ट भी सानू कह रही है कि इमेज हैम्पर हो रही है, तुसीं इहनूं चको। साडे नाल कोई गल तां करे, असीं भी इत्थे खुश नहीं हजे कोई आए तां सही गल करे। मीडिएशन दे विच भी गल होई है, उत्ते भी कोई गल सिरे चढ़दी हुई नज़र नहीं आई। जे मैनूं माड़ा जिहा भी हुंदा कि हाँ भी ये थोड़ी गल साडी मन्नी जा रही है या साडी प्रॉब्लम्स नूं एड्रैस कीता जा रहा है मीडिएशन दे विच भी, वो रैकोगनाइज कर रहे हैं साडी प्रॉब्लम, तो मैं शायद अपने स्टाफ नूं समझा बुझा के
ਮੈਂ ਕਹਿੰਦੀ ਕਿ ਚਲੋ ਠੀਕ ਹੈ ਮੀਡੀਏਸ਼ਨ ਸਾਡੇ ਨਾਲ ਠੀਕ ਤਾਂ ਹੋ ਰਿਹਾ ਤੇ ਅਸੀਂ ਮੀਡੀਏਸ਼ਨ ਦੇ ਵਿੱਚ ਸੋਲਵ ਕਰ ਲਾਂਗੇ ਮੈਟਰ, ਲੇਕਿਨ ਮੀਡੀਏਸ਼ਨ ਦੇ ਵਿੱਚ ਵੀ ਇਹਨਾਂ ਦਾ ਰੁਖ ਅੜੀਅਲ ਹੈ ਤੇ ਜੋ ਅਸੀਂ ਦੇ ਰਹੇ ਹਾਂ ਉਹ ਅਸੀਂ ਦੇਵਾਂਗੇ, ਇਸ ਤੋਂ ਜ਼ਿਆਦਾ ਅਸੀਂ ਨਹੀਂ ਦੇਵਾਂਗੇ। ਤੇ ਫਿਰ ਤਾਂ ਸਰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਮੈਨੂੰ। ਤੁਸੀਂ ਕਿਉਂ ਹੜਤਾਲ ਤੇ ਬੈਠੇ ਹੋ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਬੜੇ ਸਾਰੇ ਕਾਲਜ, ਬੜੇ ਸਾਰੇ ਸਕੂਲ ਚੱਲਦੇ ਆ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕੱਲਾ ਰੋਨਲੀ ਰੋਡ 'ਚ ਨਹੀਂ ਹੈਗਾ, ਬੜੀ ਸਾਰੀ ਬ੍ਰਾਂਚਿਸ ਹੈਗੀਆਂ ਕਿ ਉੱਥੇ ਦੇ ਲੋਕ ਤਾਂ ਧਰਨੇ ਤੇ ਨਹੀਂ ਬੈਠੇ, ਇਸ ਬਾਰੇ ਕੀ ਕਹਿਣਾ? ਸਰ ਅੱਜ ਇੱਥੇ ਅਸੀਂ 2 ਸਕੂਲ ਬੈਠੇ ਹਾਂ, 2 ਸਕੂਲ। ਕਿਹੜੇ ਸਕੂਲ? ਇੱਕ ਲੋਨੀ ਰੋਡ ਹੈ, ਦੂਸਰਾ ਹਰਗੋਬਿੰਦ ਐਨਕਲੇਵ ਦੇ ਕੁਝ ਟੀਚਰਸ ਆਏ ਹੋਏ ਨੇ। 2 ਬ੍ਰਾਂਚਿਸ ਜਿਹੜੀ ਜਮਨਾ ਪਾਰ ਦੀ? ਹਾਂ, 2 ਬ੍ਰਾਂਚਿਸ ਯਮਨਾ ਪਾਰ ਦੀਆਂ ਨੇ, ਦੂਰ ਪੈਂਦਾ ਤੋਂ ਬਾਕੀ ਸਾਰਿਆਂ ਨੂੰ। ਨਾਨਕ ਪਿਆਊ ਤੇ ਮੇਰੇ ਤੋਂ ਫੋਨ ਆਇਆ ਸੀਗਾ ਤੇ ਲੇਕਿਨ ਉਹਨਾਂ ਨੂੰ ਅੱਜ ਸਵੇਰੇ ਪਤਾ ਚੱਲਿਆ ਕਿ ਅਸੀਂ ਅੱਜ ਸਾਰੇ ਇੱਕੋ ਸ਼ਿਫਟ 'ਚ ਬੈਠ ਰਹੇ ਹਾਂ ਤੇ ਪਰ ਉਹ ਕਹਿੰਦੇ ਅਸੀਂ ਬਹੁਤ ਲੇਟ ਹੋ ਗਏ, ਅਸੀਂ ਨਹੀਂ ਆ ਸਕਦੇ। ਹੇਮਕੁੰਟ ਕਲੋਨੀ ਆਉਣ ਨੂੰ ਤਿਆਰ ਸੀ ਜਾਂ ਮੇਰੇ ਕੋਲ ਅਜੇ ਵੀ ਮੈਸੇਜ ਨੇ ਕਿ ਅਸੀਂ ਸਵੇਰੇ ਆ ਰਹੇ ਹਾਂ ਤੁਹਾਡੇ ਤੋਂ, ਲੇਕਿਨ ਉਹਨਾਂ ਨੂੰ ਅੱਜ ਸਵੇਰੇ ਪ੍ਰਿੰਸੀਪਲ ਨੇ ਇਮੀਡੀਏਟ ਮੀਟਿੰਗ ਕਾਲ ਕਰ ਲਈ, ਉਹਨਾਂ ਨੂੰ ਉੱਥੇ ਬੁਲਾ ਲਿਆ, ਉਹ ਨਹੀਂ ਆ ਪਾਏ। ਤੇ ਇੱਕ ਹਿਸਾਬ ਨਾਲ ਸਾਡੇ ਨਾਲ ਇੱਥੇ 4 ਸਕੂਲ ਨੇ, ਜੇ ਮੈਂ ਬੋਲਾਂ ਤੇ ਅੱਜ ਦੀ ਡੇਟ 'ਚ ਮੇਰੇ ਨਾਲ 4 ਸਕੂਲ ਨੇ ਇੱਥੇ। 4 ਸਕੂਲ ਮਤਲਬ ਤੁਹਾਡੇ ਨਾਲ ਹੈਗੇ ਆ, ਡਾਇਰੈਕਟ ਜਾਂ ਇਨਡਾਇਰੈਕਟ ਤਰੀਕੇ ਨਾਲ। ਕੀ ਕਹਿਣਾ ਚਾਹੋਗੇ ਜੇ 4 ਸਕੂਲ ਤੁਹਾਡੇ ਨਾਲ ਹੈਗੇ ਆ, ਆਵਾਜ਼ ਤੁਹਾਡੀ ਹੋਰ ਸਟਰੋਂਗ ਹੋਣੀ ਚਾਹੀਦੀ ਹੈ। ਅੱਜ ਇੱਥੇ ਮੈਂ ਦੇਖ ਵੀ ਰਿਹਾ, ਥੋੜਾ ਜਿਹਾ ਮੈਂ ਚਾਹਾਂਗਾ ਕਿ ਕੈਮਰਾਮੈਨ ਵੀ ਜਿਹੜਾ ਇੱਕ ਵਾਰੀ ਦਿਖਾਵੇ ਕਿ ਆਪਾਂ ਪਿਛਲੀ ਵਾਰੀ ਜਦੋਂ ਆਏ ਸੀਗੇ ਤਾਂ ਉਦੋਂ ਤਕਰੀਬਨ ਫਿਰ ਵੀ 15-20 ਟੀਚਰ ਬੈਠੇ ਸੀਗੇ, ਰੋਟੇਸ਼ਨ ਵਾਈਜ਼ ਦੱਸਿਆ ਜਾ ਰਿਹਾ ਸੀਗਾ। ਪਰ ਅੱਜ ਆਪਾਂ ਗੱਲ ਕਰੀਏ, ਕਹਿ ਰਹੇ ਕਿ ਤਕਰੀਬਨ 2 ਸਕੂਲਾਂ ਦੇ ਟੀਚਰਸ ਤਾਂ ਇੱਥੇ ਹੈਗੇ ਹੀ ਆ ਔਰ ਹੋਰ 2 ਸਕੂਲਾਂ ਦੇ ਵੀ ਜਿਹੜੇ ਹੈਗੇ ਇਨਡਾਇਰੈਕਟ ਤਰੀਕੇ ਨਾਲ ਜਾਂ ਡਾਇਰੈਕਟ ਤਰੀਕੇ ਨਾਲ ਜੋ ਹੈ ਸਪੋਰਟ ਕਰ ਰਹੇ ਆ ਇਹਨਾਂ ਨੂੰ। ਤੇ ਫਿਰ ਵਾਪਸ ਆਉਂਦੇ ਹੈਗੇ ਤੁਹਾਡੇ ਕੋਲ। ਆਖਰੀ ਇੱਕ ਸਵਾਲ ਰਹੇਗਾ, ਅੱਜ ਇੱਕ ਵੱਡਾ ਧਰਨਾ ਕਾਲ ਕੀਤੀ ਗਈ ਹੈਗੀ ਹੈ ਨਾ, ਸਾਰੇ ਟੀਚਰਸ ਆਇਆ, ਕੋਈ ਖਾਸ ਵਜ੍ਹਾ ਦੀ ਕੀ ਹੈਗੀ ਹੈ, ਕੀ ਕਿੱਦਾਂ ਲੱਗਦਾ ਸੋਲੂਸ਼ਨ ਹੋਏਗਾ? ਸਰ ਇਹਨਾਂ ਦਾ ਕਹਿਣਾ ਹੈ ਕਿ ਸਿਰਫ 15-20 ਟੀਚਰਸ ਨੇ, 15-20 ਟੀਚਰਸ ਨੇ। ਮੈਂ ਸਿਰਫ ਇਹ ਦਿਖਾਣਾ ਚਾਹ ਰਹੀ ਹਾਂ ਜਾਂ ਫਿਰ ਇਹ ਦੱਸਣਾ ਚਾਹ ਰਹੀ ਹਾਂ, ਰਿਕੁਐਸਟ ਕਰਨਾ ਚਾਹ ਰਹੀ ਹਾਂ, ਇੱਥੇ 15-20 ਟੀਚਰਸ ਨਹੀਂ ਹੈ ਜੇ, ਪੂਰਾ ਟੀਚਿੰਗ ਸਟਾਫ ਇੱਥੇ ਹੈ, ਪੂਰਾ ਸਾਡਾ ਹੈਲਪਿੰਗ ਸਟਾਫ ਇੱਥੇ ਹੈਗਾ ਜਿਹੜਾ ਕਿ ਆਪਣੀ ਡਿਮਾਂਡਸ ਨੂੰ ਲੈ ਕੇ ਪਰੇਸ਼ਾਨ ਹੈ। ਡਿਮਾਂਡਸ ਨਹੀਂ ਜਾਂਦੇ, ਰਿਕੁਐਸਟ ਹੀ ਜਾਂਦੇ ਸੀ ਕਿ ਸਾਡਾ ਘਰ ਨਹੀਂ ਚੱਲ ਰਿਹਾ ਜੇ, ਸਾਡੇ ਘਰ ਰਾਸ਼ਨ ਨਹੀਂ ਹੈ ਜਿਆ, ਤੇ ਸਾਡੀ EMI, ਸਾਡੇ ਮੈਡੀਕਲ ਐਕਸਪੈਂਸਿਸ ਜਿਹੜੀ ਸਾਨੂੰ ਸੈਲਰੀ ਆ ਰਹੀ ਹੈ ਉਸ ਤੋਂ ਜ਼ਿਆਦਾ ਨੇ। EMI ਹਰ 10 ਤਰੀਕ ਨੂੰ ਸਾਡੀ ਕ੍ਰੈਡਿਟ ਹੋ ਜਾਂਦੀ ਹੈ, ਲੇਕਿਨ ਉਦੋਂ ਸਾਨੂੰ ਇੱਕਦਮ ਭਾਜੜਾ ਹੁੰਦੀਆਂ ਨੇ ਕਿ ਅਸੀਂ ਪੈਸਾ ਅਰੇਂਜ ਕਰਨਾ, ਕਿੰਨੀ ਦੇਰ ਅਸੀਂ ਕਰ ਸਕਦੇ ਹਾਂ। ਹੁਣ ਜੇ ਦੇਖਿਆ ਜਾਏ ਗੁਰਦੁਆਰਾ ਦੀ ਦੌਲਤ ਵੀ ਤਕਰੀਬਨ ਡਬਲ ਹੋ ਗਈ ਹੈ, ਲੇਕਿਨ ਸਾਡੀ ਜਿਹੜੀ ਉਹ 50% ਸੈਲਰੀ, ਉਹ 50% ਹੀ ਸੈਲਰੀ ਹੈ, ਲੇਕਿਨ ਸਾਡੇ ਵੱਲ ਉਹਨਾਂ ਦਾ ਬਿਲਕੁਲ ਵੀ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿ 60 ਨੂੰ 80 ਕਰ ਦਿੱਤਾ ਜਾਏ ਜਾਂ 90 ਕਰ ਦਿੱਤਾ ਜਾਏ, ਜਾਂ ਫਿਰ ਜਿਹੜੇ ਇਹਨਾਂ ਦੀ ਸ਼ੁਰੂਆਤ ਦੇ ਵਿੱਚ ਸੀ ਜੀ ਕਿ 60% ਗੁਰਦੁਆਰਾ ਕਮੇਟੀ ਦੇ ਜੀ, 40% ਫੀਸ ਤੋਂ ਆਏ ਜੀ। ਜਿਹੜੀ ਉਹ ਗੱਲ ਜਿਹੜੀ ਆ ਉਹ ਇੱਕ ਕਾਨਪੁਰੀ ਜੀ ਦੇ ਸਾਹਮਣੇ ਵੀ ਗੱਲ ਹੋਈ ਸੀ ਜੀ, ਤੁਸੀਂ ਕਾਨਪੁਰੀ ਜੀ ਨੂੰ ਜੇ ਫੋਨ ਕਰੋਗੇ ਉਹ ਵੀ ਇਸ ਗੱਲ ਨੂੰ ਰੈਕਗਨਾਈਜ਼ ਕਰਨਗੇ ਕਿ ਉਹ ਚੀਜ਼ ਇਹਨਾਂ ਨੇ ਗੁੰਮ ਕਰਕੇ ਸਕੂਲ ਜਿਹੜਾ ਫੀਸ ਇਕੱਠੀ ਹੋ ਰਹੀ ਹੈ ਉਹਦੇ ਵਿੱਚ ਹੀ ਆਪਣਾ ਸ਼ੇਅਰ ਪਾ ਕੇ ਉਹਨੂੰ 60% ਬਣਾ ਕੇ 60% ਬਣਾ ਕੇ ਦੇ ਦਿੰਦੇ ਨੇ। ਇੱਕ ਨਾ ਇਲਜ਼ਾਮ ਤੁਹਾਡੇ ਤੇ ਵੀ ਲੱਗਦਾ ਪਿਆ ਕਿਉਂਕਿ ਇਸ ਧਰਨੇ ਦੇ ਉੱਪਰ ਧਰਨੇ ਦੇ ਔਰ ਸਿਆਸਤ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਰਹਿ ਜਾਂਦਾ, ਕਿਸੇ ਨਾ ਕਿਸੇ ਜਾਂ ਕਹਿੰਦੇ ਧਰਨੇ ਸਿਆਸਤ ਤੋਂ ਪ੍ਰੇਰਿਤ ਹੁੰਦੇ ਆ, ਸਿਆਸਤ ਧਰਨਿਆਂ ਨਾਲ ਆਪਸ ਦੇ ਵਿੱਚ ਸੰਬੰਧ ਬਣ ਜਾਂਦਾ। ਤੁਹਾਡੇ ਉੱਪਰ ਵੀ ਇੱਕ ਇਲਜ਼ਾਮ ਲੱਗ ਰਿਹਾ ਕਿ ਤੁਸੀਂ ਵਿਪਕਸ਼ ਦੀ ਸ਼ਹਿ ਦੇ ਉੱਪਰ ਔਰ ਵਿਪਕਸ਼ ਦੇ ਜਿਹੜਾ ਹੈਗਾ ਉਹਨਾਂ ਦੇ ਨਾਲ ਰਲ ਕੇ ਮਿਲੀ ਭਗਤ ਚਲਾ ਕੇ ਸਕੂਲ ਦੇ ਬਾਹਰ ਧਰਨਾ ਲਵਾਉਣ ਦੇ ਵਿੱਚ ਟੀਚਰਾਂ ਨੂੰ ਗੁੰਮਰਾਹ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਸਰ ਇਹ ਸਾਰੇ ਪੜ੍ਹੇ ਲਿਖੇ ਟੀਚਰਸ ਨੇ, ਚਲੋ ਇਹ ਸ਼ਾਇਦ ਹੋ ਸਕਦਾ 10ਵੀਂ ਪਾਸ ਹੋਣ, ਲੇਕਿਨ ਇਹ ਸਾਰੇ ਤਕਰੀਬਨ ਪੋਸਟ ਗ੍ਰੈਜੂਏਟ ਨੇ। ਕੀ ਪੋਸਟ ਗ੍ਰੈਜੂਏਟ ਟੀਚਰਸ ਨੂੰ ਅਸੀਂ ਇਨਫਲੂਐਂਸ ਕਰ ਸਕਦੇ ਹਾਂ? ਨੰਬਰ 1, ਜੇ ਇਨਫਲੂਐਂਸ ਕਰ ਸਕਦੇ ਆ ਤੇ ਮੈਨੇਜਮੈਂਟ ਤੋਂ ਜ਼ਿਆਦਾ ਇਨਫਲੂਐਂਸ ਕੌਣ ਕਰ ਸਕਦਾ ਹੈਗਾ? ਤੇ ਮੈਨੇਜਮੈਂਟ ਇਨਫਲੂਐਂਸ ਕਰ ਲੇ। ਇਹ ਕੀ ਮੰਗ ਰਹੇ ਨੇ? ਡਿਮਾਂਡ ਇਹਨਾਂ ਦੀ ਸੈਲਰੀ ਹੈ, ਸੈਲਰੀ ਤੋਂ ਇਲਾਵਾ ਤਾਂ ਕੁਝ ਨਹੀਂ ਮੰਗ ਰਹੇ। ਤੇ ਅਸੀਂ ਮਤਲਬ ਕਿਸ ਤਰ੍ਹਾਂ ਮੈਂ ਪੋਲੀਟੀਕਲ ਏਜੰਡਾ ਬਣਾ ਰਹੀ ਹਾਂ ਮੈਨੂੰ ਨਹੀਂ ਪਤਾ, ਲੇਕਿਨ ਸਾਡੀ ਸੈਲਰੀ ਤੋਂ ਤੁਸੀਂ ਸਾਨੂੰ ਇਨਫਲੂਐਂਸ ਕਰ ਲਓ। ਮੈਨੇਜਮੈਂਟ ਸਾਨੂੰ ਇਨਫਲੂਐਂਸ ਕਰ ਲਿਆ, ਅਸੀਂ ਇੰਨੀ ਜਲਦੀ ਇਨਫਲੂਐਂਸ ਹੋ ਸਕਦੇ ਹਾਂ ਤਾਂ, ਤੇ ਮੈਨੇਜਮੈਂਟ ਸਾਨੂੰ ਇਨਫਲੂਐਂਸ ਕਰੇ ਤਾਂ ਸਾਡੀ ਸੈਲਰੀਜ਼ ਦੇ ਸਾਡੇ ਨਾਲ ਆ ਕੇ ਗੱਲ ਤਾਂ ਕਰੇ ਸਰ, ਇੱਥੇ ਬੈਠੇ ਤਾਂ ਸਹੀ, ਟੇਬਲ ਤੇ ਟਾਕ ਤਾਂ ਹੋਏ, ਸਾਡੀ ਪ੍ਰੋਬਲਮਸ ਨੂੰ ਰੈਕਗਨਾਈਜ਼ ਤਾਂ ਕਰਨ ਕਿ ਹਾਂ ਮੇਰੀ ਸੈਲਰੀ ਜੇ ਆ ਰਹੀ ਹੈਗੀ ਹੈ, ਮੇਰੇ ਖਰਚੇ ਸ਼ਾਇਦ ਉਸ ਤੋਂ ਜ਼ਿਆਦਾ ਬੰਨੇ ਹੋਏ ਨੇ ਪਹਿਲਾਂ ਦੇ। ਪੈਂਡੇਮਿਕ ਅੱਜ ਸਾਰਿਆਂ ਵਾਸਤੇ, ਲੇਕਿਨ ਮੇਰੇ ਦੇਖੋ ਟੀਚਰਸ ਉੱਤੇ ਕੋਡ ਆਫ ਕੰਡਕਟ ਹੁੰਦਾ, ਅਸੀਂ ਕੋਈ ਟਿਊਸ਼ਨ ਨਹੀਂ ਪੜ੍ਹਾ ਸਕਦੇ, ਅਸੀਂ ਕੋਈ ਹੋਰ ਜੌਬ ਨਹੀਂ ਕਰ ਸਕਦੇ, ਕਿਤੇ ਹੋਰ ਜਾ ਕੇ ਅਸੀਂ ਕੰਮ ਨਹੀਂ ਕਰ ਸਕਦੇ, ਔਰ ਲੇਡੀਜ਼ ਹਾਂ ਘਰ ਤੋਂ ਬਾਹਰ ਜਾ ਕੇ ਸਾਡੇ ਕੋਲ ਪੋਸੀਬਲ ਹੀ ਨਹੀਂ ਹੈਗਾ ਅਸੀਂ ਕਿਤੇ ਜਾ ਕੇ ਹੋਰ ਜੌਬ ਲੱਭੀਏ, ਪਾਰਟ ਟਾਈਮ ਦੀ ਜੌਬ ਲੱਭੀਏ। ਤੇ ਇਸ ਕਰਕੇ ਸਾਡੀ ਪ੍ਰੋਬਲਮਸ ਉੱਥੇ ਸਪੈਸ਼ਲੀ ਸਿੰਗਲ ਅਰਨਰਸ ਜਿਹੜੇ ਨੇ, ਜਿਵੇਂ ਮੇਰੇ ਵਰਗੇ ਨੇ, ਹੋਰ ਵੀ ਇੱਥੇ ਬਹੁਤ ਸਾਰੇ ਤਕਰੀਬਨ 20% ਸਟਾਫ ਸਿੰਗਲ ਅਰਨਰ ਹੈ ਜਿਨ੍ਹਾਂ ਨੂੰ ਆਪਣੇ ਘਰ ਚਲਾਉਣੇ। ਇੱਕ ਮੈਡਮ ਹੈ, ਉਹਨਾਂ ਦੀ ਬੇਟੀ ਮੈਡੀਕਲੀ ਵੀ ਉਹਦਾ ਥੋੜਾ ਸਾ ਪ੍ਰੋਬਲਮ ਹੈ, ਉਹਨਾਂ ਦੇ ਘਰ ਦੀ EMI 47,000 ਦੇ ਆਸ-ਪਾਸ ਉਹਨਾਂ ਦੀ EMI ਆਉਂਦੀ ਹੈ 2,000 ਦੀ ਤੇ ਘਰ ਦੀ, ਔਰ ਉਹ ਤੋਂ ਬਾਅਦ ਬੇਟੀ ਦੀ ਫਿਜ਼ੀਓਥੈਰੇਪੀ ਹੈਗੀ ਹੈ, ਔਰ ਸੈਲਰੀ ਉਹਨਾਂ ਦੀ 40,000 ਆ ਰਹੀ ਹੈ।
ਇਹ ਗੁਰਸਿੱਖ ਲੇਡੀ ਹੈ, ਉਹ ਵੀ ਮੈਂ ਵੀ ਗੁਰਸਿੱਖ ਲੇਡੀ ਆ ਕਿ ਸਾਡੀ ਗੁਰਦੁਆਰਾ ਕਮੇਟੀ ਦਾ ਰਾਈਟ ਨਹੀਂ ਮੰਨਦਾ ਆਪਣੇ ਗੁਰਸਿੱਖਾਂ ਵਾਸਤੇ ਕੋਈ ਐਕਸ਼ਨ ਲੈ ਸਕੇ ਕਿ ਉਹ ਸਾਨੂੰ ਐਟਲੀਸਟ ਆਕੇ ਪ੍ਰਿੰਸੀਪਲਸ ਨੂੰ ਪਤਾ ਕਿਹੜੇ ਸਿੰਗਲ ਲਰਨਰ ਨੇ ਸਾਨੂੰ ਇਨਫਲੂਐਂਸ ਕਰ ਲੈਣ। ਸਾਨੂੰ ਕਿਉਂ ਛੱਡ ਦਿੱਤਾ ਆਪੋਜੀਸ਼ਨ ਦੇ ਉੱਤੇ ਹੱਥ ਦੇ ਉੱਤੇ ਕਿ ਉਹ ਸਾਨੂੰ ਇਨਫਲੂਐਂਸ ਕਰਨ। ਮੈਂ ਜਾਨਣਾ ਚਾਹਾਂਗਾ ਕਿ ਹਮੇਸ਼ਾ ਪਿਛਲੀ ਵਾਰ ਵੀ ਤੁਹਾਡੇ ਨਾਲ ਆਇਆ ਸੀ, ਗੱਲਬਾਤ ਹੋਈ ਸੀ, ਤੁਹਾਡੇ ਨਾਲ ਹੀ ਗੱਲਬਾਤ ਹੋਈ ਸੀ, ਕੋਈ ਹੋਰ ਟੀਚਰ ਬੋਲਣ ਨੂੰ ਤਿਆਰ ਨਹੀਂ ਸੀਗਾ। ਅੱਜ ਵੀ ਮੈਂ ਦੇਖਣ ਨੂੰ ਤਿਆਰ ਹਾਂ ਕਿ ਵੀ ਤੁਸੀਂ ਹੋਰ ਵੀ ਮੀਡੀਆ ਚੈਨਲ ਤੁਹਾਡੇ ਨਾਲ ਆ ਕੇ ਗੱਲ ਕਰ ਰਹੇ ਆ, ਸਿਰਫ ਤੁਸੀਂ ਗੱਲ ਕਰ ਰਹੇ ਹੋ ਕਿ ਸਿਰਫ ਤੁਹਾਨੂੰ ਹੀ ਦਰਦ ਹੈਗਾ, ਤੁਸੀਂ ਇਕੱਲੇ ਬੋਲਦੇ ਹੋ ਜਾਂ ਕਿ ਬਾਕੀ ਟੀਚਰਾਂ ਕਿਉਂ ਉਹਨਾਂ ਨੂੰ ਲੱਗਦਾ ਹੈਗਾ ਕਿ ਕਿਸ ਤਰੀਕੇ ਦਾ ਕੋਈ ਹੈ? ਕਿਉਂਕਿ ਟੀਚਰ ਨੂੰ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਪਬਲਿਕ ਸਪੀਕਿੰਗ ਜਾਂ ਮਾਈਕ ਤੇ ਬੋਲਣ ਦੀ ਨਹੀਂ ਹੈ, ਟੀਚਰਾਂ ਦੇ ਵਿੱਚ ਤਾਂ ਸਕੂਲ ਦੇ ਵਿੱਚ ਹੀ ਹੈ ਸਾਰੀ ਚੀਜ਼ਾਂ ਹੁੰਦੀ ਹੈ। ਮੈਨੂੰ ਤੁਹਾਡੇ ਤੋਂ ਇਲਾਵਾ ਕੋਈ ਹੋਰ ਟੀਚਰ ਕੋਈ ਹੈ ਜਿਹੜਾ ਕਹਿ ਸਕਦਾ ਹੈ ਕਿ ਵਾਕਈ ਕਿ ਇਕੱਲਾ ਸਿਰਫ ਤੁਹਾਨੂੰ ਦਰਦ ਹੈ, ਤੇ ਕਿਉਂ ਨਾ ਅਸੀਂ ਤੁਹਾਡੇ ਤੇ ਇਲਜ਼ਾਮ ਲਗਾਈਏ ਕਿ ਤੁਸੀਂ ਆਪੋਜੀਸ਼ਨ ਦੇ ਨਾਲ ਜਿਹੜਾ ਰਲ ਕੇ ਸਟ੍ਰੈਟਜੀ ਕਰ ਰਹੇ ਹੋ? ਸਰ ਮੈਂ ਤਾਂ ਪਹਿਲਾਂ ਹੀ ਕਹਿਤਾ ਨਾ ਜੀ ਮੈਂ ਆਪੋਜੀਸ਼ਨ ਦੇ ਨਾਲ, ਚਲੋ ਮੈਂ ਆ ਇਹ ਸਾਰੇ ਟੀਚਰ ਮਿਲਾ ਦਿਓ ਮੈਨੂੰ ਜਿਹੜੀ ਬੋਲ ਸਕੇ ਤਾਂ। ਸਰ ਤੁਸੀਂ ਕਿਸੇ ਨੇ ਕਿਉਂ ਬੋਲਦੇ ਹੋ ਹੈਨਾ? ਤੁਸੀਂ ਕੋਈ ਹੋਰ ਵੀ ਸਟਾਫ ਹੋਏਗਾ ਕੱਲੇ ਹੈਨਾ? ਮੈਂ ਤਾਂ ਇੱਕ ਗੱਲ ਦੱਸਦਾ, ਬੋਲਨੇ ਸਾਰਾ ਚਾਹੁੰਦੇ ਨੇ, ਉਹਦਾ ਕਾਰਨ ਹੈਗਾ ਕਿ ਬੋਲਣ ਤੋਂ ਪਹਿਲੇ ਇਹਨਾਂ ਦੇ ਤੇ ਮੂੰਹਾਂ ਤੇ ਟੇਪ ਲਗਾਤੀ ਗਈ, ਇਹਨਾਂ ਨੂੰ ਨੋਟਿਸ ਦੇ ਦਿੱਤੇ ਗਏ ਨੇ ਕਿ ਤੁਸੀਂ ਮੀਡੀਆ ਦੇ ਅੰਦਰ ਬਾਈਟ ਦਿਓਗੇ ਤੁਹਾਨੂੰ ਸਸਪੈਂਡ ਕਰਤਾ ਜਾਏਗਾ। ਇਹ ਇਕੱਲੇ ਦਲੇਰ ਹੈਗੇ ਨੇ ਜਿਨ੍ਹਾਂ ਨੇ ਆਪਣਾ ਸਸਪੈਂਸ਼ਨ ਲੈਟਰ ਲੈਣਾ ਮਨਜ਼ੂਰ ਕੀਤਾ, ਲੇਕਿਨ ਇਹਨਾਂ ਨੂੰ ਕਿਦੋਂ ਨੂੰ ਅੱਗੇ ਨਹੀਂ ਕਰਨ ਦਿੱਤਾ। ਉਹਦਾ ਸਿਰਫ ਇੱਕੋ ਇੱਕ ਕਾਰਨ ਹੈ। ਤੁਸੀਂ ਕੀ ਸੋਚਦੇ ਹੋ ਅਗਰ ਇੰਨੀ ਟੀਚਰਾਂ ਬੈਠੀਆਂ ਤਾਂ ਇਹਨਾਂ ਦਾ ਕੀ ਮਤਲਬ ਇੱਧਰ ਬੈਠਣ ਦਾ? ਕੋਈ ਤਾਂ ਰੀਜ਼ਨ ਹੋਏਗਾ ਨਾ। ਇਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀ ਹੈਗੀ ਮੈਨੇਜਮੈਂਟ ਕਮੇਟੀ ਦੀ ਤਰਫੋਂ, ਤਾਂ ਕਰਕੇ ਧਰਨੇ ਤੇ ਬੈਠੀਆਂ ਨੇ। ਉਹਨਾਂ ਨੇ ਪਹਿਲੇ ਨੋਟਿਸ ਦਿੱਤੇ ਨੇ, ਸਸਪੈਂਸ਼ਨ ਦੇ ਵੀ ਦਿੱਤੇ ਹੋਏ ਨੇ ਮੈਡਮ ਦੇ, ਤੇ ਇਸ ਕਰਕੇ ਟੀਚਰ ਇੱਧਰ ਆ ਕੇ ਚੁੱਪਚਾਪ ਆਰਾਮ ਨਾਲ ਪ੍ਰੋਟੈਸਟ ਕਰ ਰਹੀ ਹੈਗੀ ਆਪਣੀ ਗੱਲ ਦੀ। ਠੀਕ ਹੈ, ਮੈਂ ਜਾਨਣਾ ਚਾਹਾਂਗਾ ਕੋਈ ਹੋਰ ਟੀਚਰ ਕੋਈ ਬੋਲੇ ਵੇ। ਸਰ ਇੱਕ ਮਿੰਟ, ਮੈਨੂੰ 5 ਸ਼ੋਕਾਜ਼ ਨੋਟਿਸ ਮਿਲੇ ਨੇ ਵਿਦਆਊਟ ਐਨੀ ਰੀਜ਼ਨ। ਸਿਰਫ ਇਹ ਜੀ ਮੈਂ ਹਮੇਸ਼ਾ ਇਹਨਾਂ ਦੀ ਗਲਤ ਮਿਸਮੈਨੇਜਮੈਂਟ ਐਕਟੀਵਿਟੀਜ਼ ਨੂੰ ਨਾਲ ਦੀ ਨਾਲ ਕੁਐਸਚਨ ਕੀਤਾ ਹੈ, ਨਾਲ ਦੀ ਨਾਲ ਲੈਟਰ ਪਾਏ ਨੇ। ਜਿਵੇਂ ਇੱਕ ਵਾਰ ਜੋ ਸੈਂਟਰਲਾਈਜ਼ ਫੀਸ ਹੋਇਆ ਸੀ ਜਾਂ ਉਦੋਂ 6 ਕਰੋੜ ਰੁਪਏ ਇੱਥੋਂ ਟ੍ਰਾਂਸਫਰ ਹੋਏ ਸੀ, ਮੈਂ ਇਮੀਡੀਏਟਲੀ ਨੈਕਸਟ ਡੇ ਮੈਨੂੰ ਪਤਾ ਚੱਲਿਆ, ਆਫਿਸਰ ਸਟਾਫ ਆ ਉਹਨਾਂ ਨੇ ਮੈਨੂੰ ਦੱਸਿਆ, ਮੈਨੂੰ ਤਾਂ ਨਹੀਂ ਪਤਾ 6 ਕਰੋੜ ਟ੍ਰਾਂਸਫਰ ਹੋਏ ਨੇ, ਕਿਤੇ ਨਾ ਕਿਤੇ ਉਹਨਾਂ ਦੇ ਸਾਈਨ ਹੋਏ ਨੇ, ਉਹਨਾਂ ਨੇ ਚੈੱਕ ਬਣਾਏ ਨੇ, ਉਹਨਾਂ ਨੂੰ ਕਿਹਾ ਮੈਮ 6 ਕਰੋੜ ਟ੍ਰਾਂਸਫਰ ਹੋ ਜੀ। ਮੈਂ ਨਾਲ ਦੀ ਨਾਲ ਇਹਨਾਂ ਨੂੰ ਬੋਲਿਆ ਕਿ ਤੁਸੀਂ 6 ਕਰੋੜ ਟ੍ਰਾਂਸਫਰ ਕੀਤੇ, ਤੁਹਾਡਾ 172 ਦੇ ਅੰਡਰ ਤੁਸੀਂ ਨਹੀਂ ਕਰ ਸਕਦੇ ਜੋ ਰੂਲ 172। ਮੈਨੂੰ ਕੁਝ ਲਾਅ ਦੀ ਨੌਲੇਜ ਹੈ ਜੀ, ਮੈਂ ਦਿੱਲੀ ਐਜੂਕੇਸ਼ਨ ਐਕਟ ਪੜ੍ਹਿਆ, ਮੈਂ CCS ਰੂਲਸ ਪੜ੍ਹੇ ਹੋਏ ਨੇ, ਸ਼ਾਇਦ ਉਹ ਸਾਰੇ ਠੀਕ ਹੈ ਤੁਹਾਨੂੰ ਲਾਅ ਦੀ ਨੌਲੇਜ ਹੋ ਸਕਦੀ ਹੈ, ਤੁਸੀਂ ਐਕਟ ਪੜ੍ਹੇ ਹੋ ਸਕਦੇ, ਪਰ ਆਪਣਾ ਹੱਕ ਮੰਗਣ ਵਾਸਤੇ ਤੇ ਕੋਈ ਨੌਲੇਜ ਨਹੀਂ ਹੋ ਸਕਦੀ ਨਾ। ਮੈਂ ਕਹਿੰਦਾ ਤੁਹਾਡੇ ਤੋਂ ਇਲਾਵਾ ਮੈਨੂੰ ਕੋਈ ਦੋ ਤਾਂ ਸਹੀ ਜੋ ਬੋਲੇ। ਮੈਂ ਵੀ ਤਾਂ ਮੰਨਾ ਨਾ ਕਿ किसके लिए यहाँ बैठे हो? क्या मैंने इन्फ्लुएंस करके बिठाया है? तो बोलता क्यों नहीं? नहीं ठीक है, रिप्रेजेंटेटिव है, पर एक एलिगेशन इन्हां दे लगदे आ कि ये विपक्षी शह दे नाल इस प्रोटेस्ट नूं लीड कर रहे हैं, ते या तां तुसीं अपनी जवाब दे सकदे हो, ये एलिगेशन नहीं है। यहाँ ते देखो ताड़ी साइलेंस, मैं एक बार टीचर दे नाल एक बार कर लिया आपा ना, है ना? ठीक है, बिल्कुल गलत है, बिल्कुल है जस्टिफाइड है दी ओपिनियन सिर्फ होती है। हमारी बात कह रही है। हाँ, शी इज जस्ट वो हमारी बात कह रही है, ऐसा कोई एलिगेशन नहीं। कोई इन्फ्लुएंस नहीं करती, हमें कोई प्रेशराइज नहीं करती है हमें कुछ भी करने के लिए। ਸਾਡੇ ਪ੍ਰਿੰਸੀਪਲ ਤਾਂ ਇੱਕ ਤੋਂ ਜ਼ਿਆਦਾ ਬੰਦੇ ਅੰਦਰ ਆਣ ਨਹੀਂ ਦਿੰਦੇ। हाँ जी, ਇੱਕੋ ਬੰਦਾ ਬੁਲਾਉਂਦੇ ਆ ਅੰਦਰ, ਉਹ ਵੀ ਪੁੱਛਦੇ ਆ ਪਹਿਲਾਂ ਕੀ ਗੱਲ ਕਰਨੀ ਹੈ। ਇਸ ਕਰਕੇ ਅਸੀਂ ਇੱਕ ਹੀ ਬੰਦੇ ਨੂੰ ਇਸ ਕਰਕੇ ਅਸੀਂ ਜਸਵੰਤ ਮੈਮ ਨੂੰ ਕਹਿੰਦੇ ਆ, ਜਸਵੰਤ ਮੈਮ ਤੁਸੀਂ ਗੱਲ ਕਰੋ ਕਿਉਂਕਿ ਤੁਸੀਂ ਗੱਲ ਕਰ ਸਕਦੇ ਹੋ in behalf of the staff। ਨਹੀਂ ਉਹ ਕਹਿ ਰਹੇ ਕਿ ਜੀ ਮੈਨੂੰ ਐਕਟ ਦੀ ਨੌਲੇਜ ਹੈ, ਮੈਂ ਗੱਲ ਕਰ ਰਹੀ ਹਾਂ, ਪਰ ਆਪਣੀ ਤਨਖਾਹ ਚਲੋ ਆਪਾਂ ਗੱਲ ਕਰ ਲੈਂਦੇ ਆ, ਪਰ ਇੱਕ ਨਹੀਂ ਠੀਕ ਹੈ ਫੈਕਟ ਠੀਕ ਹੈ ਹੋ ਸਕਦੇ, ਪਰ ਆਪਣਾ ਢਿੱਡ ਤਾਂ ਆਪਣੇ ਜਿਸਮ 'ਚ ਲੱਗਾ ਹੈ ਨਾ, ਤੇ ਆਪਣੀ ਲੋੜ ਨੂੰ ਤਾਂ ਹਰ ਕੋਈ ਆਪ ਹੀ ਗੱਲ ਕਰ ਸਕਦਾ ਨਾ। ਠੀਕ ਹੈ, ਇਸ ਮਾਹੌਲ 'ਚ ਤਦੇ ਅਸੀਂ ਤੇ ਬੈਠੇ ਹੋਏ ਆ, ਨਹੀਂ ਤੇ ਅਸੀਂ ਵੀ ਆਰਾਮ ਨਾਲ ਘਰ ਬੈਠੇ ਹੁੰਦੇ। ਉਹੀ ਪੁਆਇੰਟ ਹੈ ਕਿ ਇਹ ਕਿਹਾ ਜਾ ਰਿਹਾ ਕਿ ਇਹ ਜਿਹੜਾ ਆਪੋਜੀਸ਼ਨ ਵੱਲੋਂ ਲੀਡ ਕੀਤਾ ਜਾ ਰਿਹਾ ਗਵਰਨਮੈਂਟ, ਆਪੋਜੀਸ਼ਨ ਵੀ ਇੱਥੇ ਖੜਾ ਹੈਗਾ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਪਰ ਉਹੀ ਹੈ ਕਿ ਇਕੱਲੇ ਇੱਕ ਬੰਦਾ ਐਟਲੀਸਟ ਬਾਕੀ, ਕਿਉਂਕਿ ਮੈਂ ਪਿਛਲੀ ਵਾਰੀ ਵੀ ਟੀਚਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੋਈ ਅੱਗੇ ਨਹੀਂ ਸੀ ਆਉਂਦਾ, ਪਰ ਜੇ ਤੁਹਾਨੂੰ ਆਪ ਨੂੰ ਜੇ ਤੁਹਾਡੀ ਲੋੜ ਹੈ ਤਾਂ ਹਰ ਕਿਸੇ ਨੂੰ ਮੇਰੇ ਹਿਸਾਬ ਨਾਲ ਗੱਲ ਕਰਨੀ ਪਏਗੀ, ਤੇ ਜੇ ਕੋਈ ਬੋਲਣਾ ਚਾਹੁੰਦਾ ਆਪਣੀ ਗੱਲ ਤਾਂ ਬਿਲਕੁਲ ਰੱਖ ਸਕਦਾ, ਤੇ ਐਟਲੀਸਟ ਉਹਨਾਂ ਦੇ ਉੱਪਰ ਵੀ ਜਿਹੜੇ ਐਲੀਗੇਸ਼ਨ ਲੱਗੇ ਹੋ ਸਕਦਾ ਉਹ ਵੀ ਤੁਸੀਂ ਦੂਰ ਕਰ ਸਕੋ। ਬਿਲकुल कोई बोलना चाहेगा? ਮੈਨੂੰ ਕਹਿ ਰਹੇ ਸੀ ਕਿ ਕੁਝ ਪੇਰੈਂਟਸ ਇੱਥੇ ਆਏ ਆ, कौन कोई पेरेंट्स? आप पेरेंट्स आए? पेरेंट आप एक मिनट इधर आ जाइए जरा, है ना? ठीक है, क्या जा रहे हैं कि हाँ जी आ जाओ जी, आ जाओ। हाँ जी मैं इधर आ जाइए, इधर आप नाम बताइए, आप कौन? मेरा नाम है राजेंद्र सिंह भंडारी।
हाँ जी, आप क्या करते हैं इधर? हम टीएस स्टाफ से हूँ। अच्छा जी। 36 साल मेरी नौकरी हो गई है। अभी लॉकडाउन के अंदर मैंने पूरी स्कूल के अंदर ड्यूटी करी। पूरा गुरुद्वारा का राशन आया, बाहरों के लिए गया, मुझे 10 किलो आटा नहीं मिला। ठीक है, सैलरी आ रही है मेरी 10,000 रुपये, जबकि मेरी सैलरी है 50,000 रुपये। मेरे घर का खर्चा है, मेरी लड़कियां पढ़ती कॉलेज में, उनका खर्चा किराया अलग देता हूँ। सब कुछ कहाँ से लाऊं, किससे ब्याज में मांगूं? आप यही काम करते हैं? हाँ जी सर, 36 साल हो गए मेरे सर्विस को। ठीक है, और कुछ कहना है? थैंक यू। कोई पेरेंट्स केड़े ने इत्थे, है ना? आप पेरेंट्स हैं? ठीक है, आपके बच्चे इसी स्कूल में पढ़ते हैं? 10th क्लास में पढ़ती है, मेरी बेटी पढ़ती है। आप इधर आए हैं, क्यों आए हैं, किस लिए आए हैं? सर मैं सिंगल पेरेंट हूँ, 10 साल हो गए मुझे अकेले रहते हुए, अपने पेरेंट्स के साथ रहती हूँ और मेरे पेरेंट्स भी सीनियर सिटीज़न हैं। तो मैं ना प्लास्टिक की एक शॉप चलाती हूँ। मैंने सर से रिक्वेस्ट करी, रजिस्ट्रेशन हो रहा है 10th का, तो मैं उसके पैसे देने आई थी 1800 रुपये। उन्होंने नहीं लिए, उन्होंने कहा पहले आप फीस जमा कीजिए तभी हम रजिस्ट्रेशन करेंगे। मैं परसों आई थी तो उन्होंने पहले तो वो हम 5-6 पेरेंट्स आए थे, वो बात नहीं करते हैं, कहते हैं एक एक करके आओ। फिर हमने कहा सिर्फ एटलीस्ट 2 पेरेंट्स को अंदर आने दो, उन्होंने कहा नहीं एक ही पेरेंट आएगा। फिर मेरे भी हाफ में मेरी एक फ्रेंड है, उसने बात करने की कोशिश करी तो वो कहते हैं कि आप कैसे झंडा लेके आ गई हैं इनका, और वो अपने आप बात करेंगे। तो वो कहते हैं कि है ना आपको इतनी रियायत दे दी है कि भाई हम सिर्फ ट्यूशन फीस मांग रहे हैं। मैंने कहा सर एक साथ मैं आपको कैसे दे दूँ 7 महीने की फ़ीस, आप रजिस्ट्रेशन फ़ीस ले लीजिए, और बहुत ज़्यादा है तो मैं 2 महीने की फ़ीस दे देती हूँ आपको। तो वो कहते हैं नहीं 7 महीने की आपको पूरी फीस देनी होगी तभी हम रजिस्ट्रेशन करेंगे, वरना बच्चे का साल देखो ख़राब हो जाएगा। 10th में अब वो पढ़ने लग रही है, उसका पूरा साल ख़राब हो जाएगा। डिफरेंट इशू हो गया ना, मैं इस प्रोटेस्ट से रिलेटेड कह रहा हूँ। आज आप इनके साथ बैठे हैं, आप मैंने बोला, वो कहते हैं कि हमें भी तो आगे स्टाफ की फ़ीस देनी है। तो मैंने कहा सर स्टाफ की फ़ीस तो मिली नहीं, स्टाफ की सैलरी देनी है। मैंने कहा सर स्टाफ की सैलरी तो मिल ही नहीं रही है, स्टाफ बाहर बैठा है आपका धरने पे। तो कहते हैं उसका वो हमारा और मैनेजमेंट का वो मैटर है, उसमें आप भी बोल सकते हैं। मैंने कहा सर आप ही तो कह रहे हो हमें सैलरी देनी है, फीस तो इसीलिए ले रहे हो ना आप। तो कहते हैं कि हम सैलरी दे रहे हैं, हम सैलरी दे रहे हैं, वो तो अदर एसेंशियल्स मांग रहे हैं और बढ़ा के मांग रहे हैं। आपको क्या पता कि उनकी क्या बात है और हमारी क्या बात है। ठीक है, आप भी पेरेंट, आप किस लिए आए हैं? यस सर, ये भी मैं भी इनके इसके टीचरों के इसमें आई हूँ सर की हड़ताल हो रही है, तो हम फीस बच्चे पढ़ते हैं? हाँ जी 2 बच्चे पढ़ते हैं, एक 5th में और एक 7th में, मेरा 2 बच्चे ऑनलाइन क्लासेस ले रहे हैं? हाँ जी सर। ਕੋਈ ਹੋਰ, ਚਲੋ ਠੀਕ ਹੈ, ਆਪਾਂ ਤੁਹਾਡੇ ਕੋਲ ਵੀ ਆਂਦੇ ਆ। ਕੋਈ ਹੋਰ ਟੀਚਰ ਬੋਲਣਾ ਚਾਹੁੰਦਾ? ਮੈਂ ਆਂਦਾ ਜੀ, ਉੱਥੇ ਆਂਦਾ। ਕੋਈ ਹੋਰ ਟੀਚਰ ਕੋਈ? हाँ जी सत श्री अकाल। हाँ जी, हाँ, ये जो हम सब यहाँ पे टीचर्स बैठे हैं, तो एक बात हम सभी स्पष्ट कर देना चाहते हैं, हम सभी स्पष्ट कर देना चाहते हैं कि हम किसी भी राजनीतिक प्रभाव में नहीं है, हम बिल्कुल नहीं है। हम सभी अपने लिए आए हैं ना, अपने परिवार के लिए आए हैं, अपने बच्चों के लिए आए हैं। हम सभी अपने लिए आए हैं और हम सारे एकता में हैं, यूनिटी में, तो हम सारे साथ हैं। आप ये बताइए, कोविड की इतनी महामारी चल रही है, अगर हम सारे आए हैं तो हमारी मजबूरियां हैं, हमारी मजबूरी है, और हम राजनीतिक प्रभाव में किसी भी नहीं है। हम टीचर्स हैं, हमारा काम पढ़ाना है, हम बच्चों को पढ़ाते हैं, हमारा यही काम है। हम राजनेता या राजनीति करने नहीं आते ना, हम सिर्फ पढ़ाने आते हैं ना, हम पढ़ाने आते हैं। तो हर बार दिए जा रहे हैं, हमारे काम में कोई कमी नहीं है। हम डेली मॉर्निंग में उठ के वही रूटीन हमारा, हम बच्चों की क्लासेस लेते हैं, हमारे काम में कोई कमी नहीं है। लेकिन हमारी सैलरी अगर टाइम पे क्लासेस चल रही है? बिल्कुल चल रही है, लेकिन अगर सैलरी नहीं आएगी तो हम अपना घर कैसे चलाएंगे, आप ये बताइए। सबकी मजबूरी है, कोई खुश नहीं है यहाँ बैठकर, लेकिन घर कैसे चलेगा? वो अपनी सैलरी तो मांगेंगी ना, ये हमारा हक है जो हम मांग रहे हैं। ठीक है, यानी कि टीचर्स कह रहे हैं कि जसवंत कौर कल्ले ਉਹਨਾਂ ਨੂੰ ਲੀਡ ਕਰ ਰਿਹਾ, ਕੋਈ ਇਨਫਲੂਐਂਸ ਨਹੀਂ ਹੈ। टीचर्स ਸਾਰੇ ਇਸ ਚੀਜ਼ ਦੀ ਗਵਾਹੀ ਦੇ ਰਹੇ ਆ। ਹੁਣ ਇੱਥੇ ਆਪੋਜੀਸ਼ਨ ਵੀ ਆਇਆ ਹੈਗਾ। ਠੀਕ ਹੈ, ਆਪੋਜੀਸ਼ਨ ਦਾ ਕੰਮ ਹੁੰਦਾ ਕਿ ਕੋਈ ਮੁੱਦਾ ਹੁੰਦਾ ਉਸ ਦੇ ਉੱਪਰ ਸਿਆਸਤ ਕਰਨਾ, ਪਰ ਉਹ ਚੰਗੀ ਸਿਆਸਤ ਵੀ ਹੋਣੀ ਚਾਹੀਦੀ। ਔਰ ਜੇ ਉੱਥੇ ਆਪੋਜੀਸ਼ਨ ਆਇਆ, ਸਵਾਲ ਕੁਝ ਉਹਨਾਂ ਦੇ ਉੱਪਰ ਵੀ ਬਣਦੇ। ਮੈਂ ਚਾਹਾਂਗਾ ਸਾਰੇ ਜਣੇ ਨਾ ਇੱਕੋ ਪਾਸੇ ਆ ਜਾਣ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਰਨਾ ਧੜੇ ਤੋਂ ਇੱਥੇ ਨੁਮਾਇੰਦੇ ਆਏ, ਸਾਰੇ ਇੱਕੋ ਪਾਸੇ ਆ ਜਾਣ, ਫਿਰ ਆਪਾਂ ਰਲ ਮਿਲ ਕੇ ਆਪਾਂ ਫਿਰ ਗੱਲ ਕਰਦੇ ਹਾਂ। ਖੁਰਾਨਾ ਸਾਹਿਬ, ਤੁਸੀਂ ਇੱਥੇ ਆਏ ਹੋ ਲਗਾਤਾਰ, ਤੁਸੀਂ 10-12 ਦਿਨ ਪਹਿਲੇ ਵੀ ਆਏ ਸੀਗੇ। ਠੀਕ ਹੈ, 10-12 ਦਿਨ ਪਹਿਲੇ ਵੀ ਤੁਸੀਂ ਆਏ ਸੀਗੇ। ਤੁਸੀਂ ਮੈਨੂੰ ਇਹ ਦੱਸੋ, ਉਹ 10-12 ਦਿਨ ਤੇ ਅੱਜ
ਗੱਲ ਉੱਥੇ ਦੀ ਉੱਥੇ ਹੈ। ਤੁਹਾਡੇ ਧਰਨਿਆਂ ਦੇ ਵਿੱਚ ਇੱਥੇ ਆ ਕੇ ਸਪੋਰਟ ਦੇਣ ਨੂੰ ਮੈਂ ਸ਼ੈ ਨਾ ਮੰਨਾਂ, ਗੁੰਮਰਾਹ ਕਰਨਾ ਨਾ ਮੰਨਾਂ ਤੇ ਕੀ ਮੰਨਾਂ, ਕਿਉਂਕਿ ਸਿੱਟਾ ਤਾਂ ਤੁਸੀਂ ਕੱਢ ਨਹੀਂ ਪਾ ਰਹੇ। 10 ਦਿਨ ਪਹਿਲੇ ਵੀ ਤੁਸੀਂ ਕੁਝ ਨਹੀਂ ਕਰ ਸਕੇ ਸੀ, ਅੱਜ ਵੀ ਤੁਸੀਂ ਕੁਝ ਨਹੀਂ ਕਰ ਸਕੇ। ਵੀਰ ਜੀ ਮੈਂ ਪਹਿਲੇ ਤੁਹਾਡੀ ਦੋ ਗੱਲਾਂ ਦਾ ਜਵਾਬ ਦਾਂਗਾ, ਫਿਰ ਇਸ ਗੱਲ ਦਾ ਜਵਾਬ ਦਾਂਗਾ। ਪਹਿਲੀ ਗੱਲ ਤੇ ਤੁਸੀਂ ਕਹੇ ਜੀ ਅਸੀਂ ਇੱਥੇ ਆਪੋਜੀਸ਼ਨ ਆਏ ਆ, ਬਿਲਕੁਲ ਗਲਤ। ਅਸੀਂ ਕੋਈ ਆਪੋਜੀਸ਼ਨ ਚ ਹੋ ਨਹੀਂ, ਅਸੀਂ ਕੋਈ ਆਪੋਜੀਸ਼ਨ ਚ ਹੋ ਨਹੀਂ, ਆਪੋਜੀਸ਼ਨ ਹੈ ਨਹੀਂ, ਲੇਕਿਨ ਅਸੀਂ ਆਪੋਜੀਸ਼ਨ ਨਹੀਂ ਹੈ, ਅਸੀਂ ਆਪੋਜੀਸ਼ਨ ਦਾ ਰੋਲ ਨਹੀਂ ਅਦਾ ਕਰ ਰਹੇ। ਜੇ ਆਪਣੀ ਧੀਆਂ ਭੈਣਾਂ ਨਾਲ ਖੜਾ ਹੋਣਾ ਆਪੋਜੀਸ਼ਨ ਕਹਿੰਦੇ ਹੋ ਤੇ ਫਿਰ ਅਸੀਂ ਆਪੋਜੀਸ਼ਨ 'ਚ ਹੈਗੇ ਆ। ਅਸੀਂ ਆਪਣੀ ਭੈਣਾਂ ਦਾ ਹੱਕ ਦਿਵਾਉਣ ਸੇ ਆਏ ਆ। ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਵੀ ਤੁਸੀਂ ਆਪਣੇ ਘਰ ਚੋਂ ਕੱਢ ਕੇ ਉਹਨਾਂ ਦੇ ਘਰ 'ਚ ਪਾਓ, ਉਹਨਾਂ ਦਾ ਹੱਕ ਵਾਸਤੇ ਦੇਣਾ ਸੇ ਤੁਸੀਂ ਆਪੋਜੀਸ਼ਨ ਕਹਿੰਦੇ ਹੋ। ਪਹਿਲੇ ਵੀ ਤੁਸੀਂ ਆਏ ਸੀਗੇ, ਅੱਜ ਵੀ ਤੁਸੀਂ ਆਏ ਸੀਗੇ। 10 ਦਿਨਾਂ ਤੋਂ ਮੈਨੂੰ ਐ ਦੱਸੋ, ਧਰਨਾ ਤਾਂ ਅੱਜ ਵੀ ਉਦੋਂ ਦਾ ਉਦਾਂ ਲੱਗਾ ਪਿਆ। ਤੁਸੀਂ ਕਿੱਦਣ ਜਾ ਕੇ ਦਿੱਲੀ ਕਮੇਟੀ ਦੇ ਬਾਹਰ ਜਾ ਕੇ ਧਰਨਾ ਦਿੱਤਾ ਹੋਵੇ ਜਾਂ ਕਿੱਦਣ ਜਾ ਕੇ ਦਿੱਲੀ ਕਮੇਟੀ ਦੇ ਪ੍ਰਧਾਨ ਜਾਂ ਜਨਰਲ ਸੈਕਟਰੀ ਨਾਲ ਗੱਲਬਾਤ ਕੀਤੀ ਹੋਵੇ ਤੇ ਮੈਂ ਇਹਨੂੰ ਰਾਜਨੀਤੀ ਤੋਂ ਪ੍ਰੇਰਿਤ ਨਾ ਮੰਨਾਂ ਤੇ ਕੀ ਮੰਨਾਂ, ਕਿਉਂਕਿ ਤੁਸੀਂ 10 ਦਿਨ ਪਹਿਲੇ ਵੀ ਉਦਾਂ ਹੀ ਆਏ ਸੀ, ਅੱਜ ਵੀ ਉਦਾਂ ਹੀ ਆਇਓ। ਕੀ ਮੰਨਾਂ? ਤੁਸੀਂ ਗੱਲ ਦੱਸੋ, ਸਾਨੂੰ ਟਾਈਮ ਕਿਹੜਾ ਦੇ ਰਹੇ ਨੇ ਮਿਲਣ ਵਾਸਤੇ? ਤੁਸੀਂ ਮੰਗਿਆ? ਹਾਂ ਮਿਲੇ ਸਾਨੂੰ। ਕਦੋਂ ਮੰਗਿਆ? ਗੱਲ ਸੁਣੋ ਨਾ, ਅਸੀਂ ਉਹਨਾਂ ਕੋਲ ਕਿਉਂ ਜਾਈਏ ਜਦ ਉਹਨਾਂ ਦਾ ਸਟਾਫ ਹੀ ਇੱਥੇ ਧਰਨੇ ਤੇ ਬੈਠਾ, ਉਹਨਾਂ ਨੂੰ ਨਹੀਂ ਨਜ਼ਰ ਆ ਰਿਹਾ? ਪੂਰੀ ਦੁਨੀਆ ਨੂੰ ਨਜ਼ਰ ਆ ਰਿਹਾ, ਸੋਸ਼ਲ ਮੀਡੀਆ ਤੋਂ ਤੁਸੀਂ ਸਾਰੇ ਦਿਖਾ ਰਹੇ ਹੋ, ਉਹ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਸਾਡੀ ਫੋਟੋ ਨਜ਼ਰ ਆ ਰਹੀ ਹੈ, ਇਹਨਾਂ ਦੀ ਨਜ਼ਰ ਨਹੀਂ ਆ ਰਹੀਆਂ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਜਸਵੰਤ ਮੈਡਮ ਤੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਬਈ ਉਹ ਨਹੀਂ ਲਗਾ ਰਿਹਾ, ਮੈਂ ਨਹੀਂ ਲਗਾ ਰਿਹਾ, ਨਹੀਂ ਮੈਂ ਨਹੀਂ ਲਗਾ ਰਿਹਾ, ਮੈਂ ਨਹੀਂ ਲਗਾ ਰਿਹਾ। ਅਸੀਂ ਦਿੱਲੀ ਕਮੇਟੀ ਦਾ ਬਿਆਨ ਹੈਗਾ, ਉਹ ਇਹ ਕਹਿ ਰਿਹਾ ਮੇਰਾ ਕੰਮ ਹੈ ਉਹਨਾਂ ਦੇ ਸਵਾਲ ਇਹਨਾਂ ਨੂੰ ਪੁੱਛਣਾ, ਤੁਹਾਡੇ ਸਵਾਲ ਉਹਨਾਂ ਨੂੰ ਪੁੱਛਣਾ। ਤੁਸੀਂ ਆਪਣੀ ਗੱਲ ਇੱਕ ਮਿੰਟ ਭੈਣ ਜੀ, ਇੱਕ ਮਿੰਟ ਜਸਟ ਜਦ ਦੋ ਪਰਿਵਾਰਾਂ ਦੀ ਲੜਾਈ ਹੁੰਦੀ ਹੈ, ਤੀਜਾ ਪਰਿਵਾਰ ਛੁਡਾਣ ਆਂਦਾ ਕਿ ਨਹੀਂ ਆਂਦਾ, ਗੱਲ ਕਰਨ ਆਂਦਾ ਕਿ ਨਹੀਂ ਆਂਦਾ, ਜਾਂ ਉਹਨਾਂ ਨੂੰ ਲੜਦੇ ਛੱਡ ਦਿੰਦੇ ਕਿ ਲੜਦੇ ਰਹੋ, ਕੋਈ ਨਹੀਂ ਸਾਡੀ ਗੱਲ ਕਰਨ ਆਏਗਾ। ਮੈਂ ਗਾਜ਼ੀਆਬਾਦ ਤੋਂ ਆਨੀ ਆ, ਰੋਜ਼ ਇੱਥੇ ਆ ਕੇ ਬੈਠੀ ਆ, ਇਦਾਂ ਦੇ ਮਾਹੌਲ 'ਚ ਡਰਦੀ ਆਨੀ ਆ ਤੇ ਕਿਸ ਵਾਸਤੇ ਆ ਰਹੀ ਆ? ਜ਼ਰੂਰਤ ਹੈ ਤੇ ਆ ਰਹੀ ਆ ਨਾ। ਹੁਣ ਸਾਨੂੰ ਜਦ ਤੱਕ ਸੈਲਰੀ ਨਹੀਂ ਮਿਲੇਗੀ ਨਾ ਤੇ ਅਸੀਂ ਬਿਲਕੁਲ ਕੰਮ ਕਰਨਾ ਹੀ ਨਹੀਂ ਹੈਗਾ। ਸਾਨੂੰ 100% ਸੈਲਰੀ ਚਾਹੀਦੀ ਹੈ। ਮਤਲਬ ਇੱਕ ਹੱਦ ਹੋ ਗਈ ਕਿਸੇ ਚੀਜ਼ ਦੀ, ਲਿਮਿਟ ਕ੍ਰੋਸ ਹੋ ਚੁੱਕੀ ਹੈ ਹਰ ਚੀਜ਼ ਦੀ। ਹਾਂਜੀ, ਤੁਸੀਂ ਇਹ ਗੱਲ ਕਹੀਏ ਵੀ ਜਸਵੰਤ ਕੌਰ ਦੇ ਇਨਫਲੂਐਂਸ ਦੇ ਉੱਤੇ ਟੀਚਰ ਇੱਥੇ ਬੈਠੀਆਂ ਨੇ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਜਸਵੰਤ ਕੌਰ ਜਿਹੜੀ ਮੈਡਮ ਹੈ ਉਹ ਮੈਨੇਜਮੈਂਟ ਵਿੱਚ ਹੈ? ਨਹੀਂ। ਕੀ ਉਹਦੇ ਕੋਲ ਪਾਵਰ ਹੈ? ਨਹੀਂ। ਤਾਂ ਵੀ ਇੰਨੀ ਟੀਚਰਾਂ ਸਾਰੀਆਂ ਤੁਸੀਂ ਸਾਰੇ ਉਹਨਾਂ ਨਾਲ ਆਏ ਹੋ ਜੀ। ਅੱਜ ਸਰਦਾਰ ਹਰਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਮੈਨੇਜਮੈਂਟ ਵਿੱਚ ਨੇ, ਉਹਨਾਂ ਕੋਲ ਪੂਰੀ ਪਾਵਰ ਹੈਗੀ ਹੈ। ਇੱਥੋਂ ਤੱਕ ਕਿ ਗੁਰਦੁਆਰਾ ਕਮੇਟੀ ਤੋਂ ਇਲਾਵਾ ਉਹਨਾਂ ਕੋਲ ਪੋਲੀਟੀਕਲ ਪਾਵਰ ਵੀ ਹੈਗੀ ਹੈ। ਉਹਨਾਂ ਨੂੰ ਕੋਈ ਇੰਨੀਆਂ ਟੀਚਰਾਂ ਇਕੱਠੀਆਂ ਕਰਕੇ ਦਿਖਾ ਦੇਣ, ਹੁਣੇ ਪਤਾ ਚੱਲ ਜਾਏਗਾ ਕਿ ਕਿਸ ਦੀ ਇਨਫਲੂਐਂਸ ਤੇ ਆਏ ਨੇ। ਠੀਕ ਹੈ, ਕਿ ਹੱਕ ਮੰਗਣਾ, ਜਿਵੇਂ ਹੁਣੇ ਭੈਣ ਜੀ ਨੇ ਕਿਹਾ ਹੈ, ਟੀਚਰ ਸਾਹਿਬਾਨ ਨੇ ਕਿਹਾ ਵੇ ਬਈ ਅਗਰ ਦੋ ਦੀ ਲੜਾਈ ਦੇ ਵਿੱਚ ਅਗਰ ਤੀਸਰਾ ਬੰਦਾ ਕਹਿਣ ਅਸੀਂ ਫੈਸਲਾ ਕਰਾਉਣਾ ਦਾ, ਇਹਦਾ ਮਤਲਬ ਅਸੀਂ ਆਪੋਜੀਸ਼ਨ ਨਹੀਂ ਆ। ਤੁਸੀਂ ਗਲਤ ਗੱਲ ਕਰ ਰਹੇ ਹੋ। ਅਸੀਂ ਆਪੋਜੀਸ਼ਨ ਦੇ ਤੌਰ ਤੇ ਨਹੀਂ ਆਏ। ਸਿੱਟਾ ਵੀ ਤਾਂ ਨਿਕਲੇ, ਸਿੱਟਾ ਕਦੋਂ ਨਿਕਲੇਗਾ ਸਰ? ਫਿਰ ਆਪੋਜੀਸ਼ਨ ਦਾ ਰੋਲ ਕੌਣ ਅਦਾ ਕਰੇਗਾ? ਜਦੋਂ ਸੈਲਰੀ ਨਹੀਂ ਦੇ ਪਾ ਰਹੇ, ਇੱਕ ਮਿੰਟ ਵੀਰ ਜੀ, ਇੱਕ ਮਿੰਟ ਕੀ ਅਸੀਂ ਉਹਨਾਂ ਦੇ ਅਕਾਊਂਟਾਂ ਚੋਂ ਸੈਲਰੀ ਕੱਢ ਕੇ ਅਸੀਂ ਦੇਣੀ ਹੈ? ਅੱਜ ਉਹ ਕਹਿੰਦੇ ਨੇ ਜੀ ਸਰਨਾ ਸਾਹਿਬ ਦੀ ਵਜ੍ਹਾ ਕਰਕੇ ਇੱਥੇ ਬੈਠੇ ਨੇ, ਆਪੋਜੀਸ਼ਨ ਦੀ ਵਜ੍ਹਾ ਕਰਕੇ ਬੈਠੇ ਨੇ ਕਿ ਇਹਨਾਂ ਨੇ ਸੈਲਰੀ ਪੂਰੀ ਦੇਤੀ, ਅਸੀਂ ਇਹਨਾਂ ਦੇ ਅਕਾਊਂਟਾਂ ਚੋਂ ਸੈਲਰੀ ਕੱਢ ਲਈਏ। ਜਦ ਤੁਸੀਂ ਸੈਲਰੀ ਨਹੀਂ ਦੇ ਰਹੇ, ਸਭ ਤੋਂ ਵੱਡਾ ਝੂਠ, ਅਗਸਤ ਤੱਕ ਸੀ ਸੈਲਰੀ ਦੇ ਕੇ ਕਹਿੰਦੇ ਜੀ ਅਸੀਂ ਪੂਰੀ ਸੈਲਰੀ ਦੇਤੀ ਹੈ। 60% ਸੈਲਰੀ ਦਿੱਤੀ, 40% ਕੌਣ ਦੇਗਾ? ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ ਵੀ ਨਾਲ ਹੋ ਗਿਆ ਨੇ। 200% ਬਣਦੀ ਹੈ ਅਗਸਤ ਤੱਕ ਦੀ, ਯਾਨੀ ਕਿ 2 ਮਹੀਨੇ ਦੀ ਸੈਲਰੀ ਸਤੰਬਰ ਦੀ ਹੋਰ ਹੋਗੀ, 3 ਮਹੀਨੇ ਦੀ ਸੈਲਰੀ। ਅੱਜ 3 ਮਹੀਨੇ ਦੀ ਸੈਲਰੀ। ਵੱਡਾ ਤੋਂ ਵੱਡਾ ਬਿਜ਼ਨਸਮੈਨ ਵੀ ਹੋਵੇ ਨਾ, 15 ਦਿਨ ਅਸੀਂ ਉਹਨੂੰ ਪੇਮੈਂਟਾਂ ਨਾ ਆਣ ਤੇ ਉਹਨਾਂ ਦੇ ਪਸੀਨੇ ਛੁੱਟ ਜਾਂਦੇ ਨੇ। ਇਹਨਾਂ ਦੇ ਘਰ ਕਿਵੇਂ ਚੱਲ ਰਹੇ ਹੋਣੇ ਨੇ? ਕਿਉਂ? ਅੱਜ ਸਾਡੇ ਘਰ ਦਾਣੇ ਹੈਗੇ ਨੇ ਤਾਂ ਸਾਨੂੰ ਗੱਲਾਂ ਕਰਨੀਆਂ ਆ ਰਹੀਆਂ ਨੇ। ਉਹਨਾਂ ਕੋਲ ਪੁੱਛੋ ਜਿਹੜੇ ਹੁਣੇ ਵਿਚਾਰੇ ਨੇ, ਜਿਹੜੇ ਉਹ MTS ਜਿਹੜੇ ਹੈਗੇ ਸੀ, ਜਿਨ੍ਹਾਂ ਨੇ ਬਿਆਨ ਦਿੱਤਾ ਮੈਨੂੰ 10,000 ਰੁਪਏ ਮਿਲ ਰਿਹਾ, 36 ਸਾਲ ਤੋਂ ਨੌਕਰੀ ਕਰ ਰਿਹਾ, ਉਹਦੇ ਘਰ ਜਾ ਕੇ ਦੇਖੋ ਚੁੱਲ੍ਹਾ ਕਿਵੇਂ ਬਲਦਾ ਹੋਣਾ। ਠੀਕ ਹੈ, ਤੁਸੀਂ ਕਹਿ ਰਹੇ ਸੀ ਤੁਸੀਂ ਸਿੱਟੇ ਦੀ ਗੱਲ ਪੁੱਛੀ ਕਿ ਇਹ ਮੁੱਦਾ ਕਦੋਂ ਸ਼ੁਰੂ ਹੋਇਆ? ਜਦ ਇਹਨਾਂ ਨੇ ਰਕਾਬਗੰਜ ਸਾਹਿਬ ਪਹਿਲਾ ਮੋਰਚਾ ਲਗਾਇਆ ਸੀ ਤੇ ਉਸ ਦਿਨ ਅਕਾਲੀ ਦਲ ਦਿੱਲੀ ਜਿਹੜਾ ਆ ਆਪਣਾ ਪੂਰਾ ਟੀਮ ਲੈ ਕੇ ਅਸੀਂ ਉਸ ਮੋਰਚੇ ਦੇ ਅੰਦਰ ਸ਼ਾਮਿਲ ਹੋਏ ਸੀ, ਉਹ ਵੀ ਪੂਰੇ ਦਿਨ ਤੋਂ ਬਾਅਦ। ਉਸ ਦਿਨ ਤੱਕ ਜਿਹੜੀ ਇਹਨਾਂ ਨੂੰ ਕਮਿਟਮੈਂਟ ਦਿੱਤੀ ਗਈ ਸੀ, ਉਹ ਦਿੱਤੀ ਗਈ ਸੀ ਖਾਲੀ 40% ਸੈਲਰੀ ਦੇ, 25% ਤੋਂ ਸਟਾਰਟ ਹੋਈ ਸੀ ਸਿਰਸਾ ਜੀ। ਰਾਤ ਤੱਕ ਉਹਨਾਂ ਨੇ 60% ਦੀ ਕਮਿਟਮੈਂਟ ਕੀਤੀ। ਅਗਲੇ ਦਿਨ ਸਵੇਰ ਤੱਕ ਜਿਹੜਾ ਧਰਨਾ ਚੱਲਦਾ ਰਿਹਾ ਤੇ ਉਹਨਾਂ ਨੇ ਕਿਹਾ ਸੀ ਅਸੀਂ 2 ਮਹੀਨੇ ਦੀ ਤੁਹਾਡੀ ਸੈਲਰੀ ਰਿਲੀਜ਼ ਕਰਾਂਗੇ, 60% ਜਿਹੜੀ ਹੈ ਉਹ ਜਿਹੜਾ ਗੁਰਦੁਆਰਾ ਸਾਡੀ ਅਕਾਊਂਟਾਂ 'ਚੋਂ ਆਉਣਗੀਆਂ, 40% ਜਿਹੜੀਆਂ ਉਹ ਤੁਹਾਡੀ ਜਿਹੜੀ ਫੀਸਾਂ ਇਕੱਠੀਆਂ ਹੋਣਗੀਆਂ ਤੁਸੀਂ ਉਹਦੇ 'ਚੋਂ ਦੇਣੀਆਂ ਹੈਗੀਆਂ। ਤੇ 2 ਮਹੀਨੇ ਦੀ ਤਨਖਾਹਾਂ ਦੇ ਅੰਦਰ ਦੀ ਉਹਨਾਂ ਨੇ ਸਿਰਫ 60% ਰਿਲੀਜ਼ ਕੀਤੀਆਂ। ਅਗਰ ਨਹੀਂ ਯਕੀਨ ਤਾਂ ਇਹਨਾਂ ਨੂੰ ਪੁੱਛੋ ਤੁਸੀਂ। ਇਹ ਜਿਹੜਾ ਸਿੱਟਾ ਨਿਕਲਿਆ ਹੈਗਾ, ਇਹਨਾਂ ਨੇ ਹੱਕ ਦੀ ਆਵਾਜ਼ ਚੁੱਕੀ ਹੈ ਤਾਂ ਇਹਨਾਂ ਨੂੰ 2 ਮਹੀਨੇ ਦੀ ਸੈਲਰੀ ਨਿਕਲੀਆਂ, ਉਹ ਵੀ 60%। ਅਗਰ ਇੰਨੀ ਆਵਾਜ਼ ਵੀ ਨਾ ਚੁੱਕਣ ਤੇ ਇਹਨਾਂ ਦੇ ਹਾਲਾਤ ਸੋਚੋ ਕੀ ਹੋਣਗੇ। ਮੁਹਤਾਜ ਹੋ ਜਾਣਗੇ ਪੈਸੇ ਵਾਸਤੇ। ਔਰ ਇਹ ਉਹ ਜਿਹੜੀ ਅਸੀਂ ਆਪਣੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਇੱਕ ਜਥੇਬੰਦੀ ਦੀ ਗੱਲ ਕਰਦੇ, ਦਿੱਲੀ ਕਮੇਟੀ, ਉਹ ਕਿੱਥੇ ਹੈਗੀ ਹੈ ਦੱਸੋ ਜਰਾ ਸਾਨੂੰ।
ਤੁਸੀਂ ਕਹਿੰਦੇ ਸਿਰਸਾ ਜੀ ਅਗਰ ਮੈਨੂੰ ਤੁਸੀਂ ਕਹਿੰਦੇ ਹੋ ਐਜ਼ ਅ ਆਪੋਜੀਸ਼ਨ ਅਸੀਂ ਮੈਂ ਦਾ ਬਲੇਮ ਲੈਣ ਨੂੰ ਤਿਆਰ ਹਾਂ ਅਗਰ ਮੇਰੇ ਭੈਣਾਂ ਨੂੰ ਹੱਕ ਮਿਲਦਾ ਹੈ ਮੈਂ ਇਸ ਬਦਨਾਮੀ ਨੂੰ ਲੈਣ ਨੂੰ ਤਿਆਰ ਹਾਂ ਲੇਕਿਨ ਤੁਸੀਂ ਸਾਡੀ ਭੈਣਾਂ ਦਾ ਹੱਕ ਦਿਓ। ਠੀਕ ਹੈ ਧਰਨੇ ਦੇ ਵਿੱਚ ਆ ਕੇ ਨਾਲ ਖੜੇ ਹੋਏ ਨੇ ਜਤਿੰਦਰ ਸਿੰਘ ਸੋਨੂ, ਤੁਸੀਂ ਕਹਿ ਰਹੇ ਹੋ ਕਿ ਇਹ ਰਾਜਨੀਤੀ ਸਿਰਫ ਵਿਪਕਸ਼ ਆਏਗਾ ਫੋਟੋਆਂ ਖਿਚਾ ਕੇ ਫੇਸਬੁੱਕ ਤੇ ਪਾ ਦੇਵਾਂਗੇ ਦਿਖਾ ਦਾਂਗੇ ਅਸੀਂ ਨਾਲ ਆ ਉਸ ਤੱਕ ਸੀਮਿਤ ਰਹੇਗੀ, ਅੱਗੇ ਕੋਈ ਸੋਲੂਸ਼ਨ ਵੱਲ ਵਧੇਗਾ ਕਿਸੇ ਤਰੀਕੇ ਕੋਈ ਕੰਮ? ਨਹੀਂ, ਮੈਂ ਪਹਿਲੇ ਵੀ ਕਹੀ ਹੈ ਔਰ ਹੁਣ ਵੀ ਇਹ ਗੱਲ ਕਹਿ ਰਿਹਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਇਹ ਗੱਲ ਕਹਿ ਰਿਹਾ ਕਿ ਅਗਰ ਇਹਨਾਂ ਨੇ ਇਸ ਹਫਤੇ ਦੇ ਵਿੱਚ ਸੋਲੂਸ਼ਨ ਨਹੀਂ ਕੱਢਿਆ ਤੇ ਅਸੀਂ ਅੱਗੇ ਬਹੁਤ ਵੱਡਾ ਮੋਰਚਾ ਲਗਾਵਾਂਗੇ ਔਰ ਸਾਰੀ ਜਿਹੜੀ ਟੀਚਰਸ ਐਸੋਸੀਏਸ਼ਨਸ ਨੇ ਜਿੰਨੇ ਵੀ ਸਕੂਲਾਂ ਦੀ ਗੱਲ ਤਾਂ ਅੱਗੇ ਹੱਦ ਤੋਂ ਅੱਗੇ ਵੱਧ ਚੁੱਕੀ ਹੈ ਨਾ, ਗੱਲ ਤਾਂ ਅੱਗੇ ਵੱਧ ਚੁੱਕੀ ਹੈ, ਪਹਿਲੇ ਵੀ ਲਗਾ ਚੁੱਕੇ ਸੀ 3 ਮਹੀਨੇ ਬਾਅਦ ਵੀ ਲੱਗ ਚੁੱਕਾ, 10 ਦਿਨ ਪਹਿਲੇ ਵੀ ਟੀਮ ਆਈ ਸੀਗੀ। ਗੱਲ ਹੁਣ ਤਾਂ ਕੋਰਟ ਤੋਂ ਵੀ ਇਨਡਾਇਰੈਕਟਲੀ ਇਹ ਕਹੀ ਜਾ ਰਹੀ ਹੈ ਕਿ ਕੋਰਟ ਤੋਂ ਵੀ ਧਮਕੀ ਆਈ ਹੈ, ਸੂਤਰ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਕਿ ਕੋਰਟ ਤੋਂ ਵੀ ਧਮਕੀ ਆਈ ਹੈ, ਹੁਣ ਤਾਂ ਗੱਲ ਹੱਦੋਂ ਵੱਧ ਚੁੱਕੀ ਹੈ। ਸਰ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਇਹਨਾਂ ਨੂੰ ਧਮਕਾਇਆ ਜਾ ਰਿਹਾ ਹੈ, ਅੱਜ ਵੀ ਇੱਕ ਤੁਸੀਂ ਇੱਕ ਗੱਲ ਕੀਤੀ, ਉਹਨਾਂ ਨੇ ਐਲੀਗੇਸ਼ਨ ਲਗਾਇਆ ਕਿ ਜਿਹੜਾ ਅਪੋਜੀਸ਼ਨ ਹੈ ਉਹ ਇਨਫਲੂਐਂਸ ਕਰ ਰਿਹਾ ਹੈ। ਅਪੋਜੀਸ਼ਨ ਹਰ ਉਸ ਬੰਦੇ ਦੇ ਨਾਲ DSGMC ਦੇ ਹਰ ਉਸ ਸਟਾਫ ਦੇ ਨਾਲ ਖੜਾ ਹੈ, ਅਗਰ ਉਹਦੇ ਨਾਲ ਇਨਜਸਟਿਸ ਹੋ ਰਿਹਾ ਤੇ ਉਸ ਆਖਰੀ ਕਤਾਰ ਵਾਲੇ ਬੰਦੇ ਦੇ ਨਾਲ ਵੀ ਅਪੋਜੀਸ਼ਨ ਖੜਾ ਹੋਏਗਾ ਔਰ ਉਹਨਾਂ ਦੀ ਆਵਾਜ਼ ਬਣ ਕੇ ਬੋਲੇਗਾ। ਸਾਡਾ ਕੰਮ ਹੈ, ਅਗਰ ਅਸੀਂ ਅਪੋਜੀਸ਼ਨ, ਅਗਰ ਤੁਸੀਂ ਕਹਿ ਰਹੇ ਹੋ ਉਹ ਐਲੀਗੇਸ਼ਨ ਲਾ ਰਹੇਗਾ ਅਪੋਜੀਸ਼ਨ, ਤੇ ਸਾਡਾ ਕੰਮ ਹੈ ਅਪੋਜੀਸ਼ਨ 'ਚ ਰਹਿ ਕੇ ਇਹਨਾਂ ਦੀ ਆਵਾਜ਼ ਚੁੱਕਣਾ, ਉੱਥੇ ਤੱਕ ਲੈ ਕੇ ਜਾਣਾ ਜਿਹੜੇ ਗੁੰਗੇ ਬਹਿਰੇ ਬਣ ਕੇ ਬੈਠੇ ਨੇ, ਅੰਨੇ ਬਣ ਕੇ ਬੈਠੇ ਨੇ ਉੱਤੇ ਅਹੁਦਿਆਂ ਤੇ, ਉਹਨਾਂ ਤੱਕ ਇਹ ਗੱਲ ਪਹੁੰਚਾਉਣਾ ਕਿ ਉਹਨਾਂ ਉਹ ਕੰਨਾਂ 'ਚੋਂ ਆਪਣੀ ਰੂਹ ਕੱਢਣ, ਅੱਖਾਂ 'ਚੋਂ ਪੱਟੀ ਉਤਾਰਨ ਔਰ ਇਹਨਾਂ ਦਾ ਦਰਦ, ਇਹਨਾਂ ਦੀ ਪੇਨ ਉਹਨਾਂ ਨੂੰ ਨਜ਼ਰ ਆਣੀ ਚਾਹੀਦੀ। ਅਗਰ ਨਹੀਂ ਨਜ਼ਰ ਆ ਰਹੀ ਤਾਂ ਉਹਨਾਂ ਦੇ ਵਿੱਚ ਇਨਸਾਨੀਅਤ ਨਹੀਂ ਹੈਗੀ, ਉਹਨਾਂ ਦੇ ਅੰਦਰ ਸਿੱਖੀ ਨਹੀਂ ਹੈਗੀ, ਉਹਨਾਂ ਦੀ ਜਿਹੜੀ ਸਿੱਖ ਧਰਮ ਦੀ ਜਿਹੜੀ ਬੇਸਿਕਸ ਉਹਨਾਂ ਨੇ ਸਿੱਖਿਆ ਹੀ ਨਹੀਂ ਹੈ। ਉਹ ਸਿਰਫ ਰਾਜਨੀਤਿਕ ਤੋਂ ਪ੍ਰੇਰਿਤ ਹੋ ਕੇ ਇਹ ਸਾਰੀ ਮੈਂਬਰੀਆਂ ਔਰ ਕਮੇਟੀਆਂ ਸੰਭਾਲ ਰਹੇ ਨੇ, ਉਹ ਕੁਝ ਨਹੀਂ ਹੋਰ ਕਰ ਰਹੇ ਨੇ। ਦੇਖੋ ਤੁਸੀਂ ਬਹੁਤ ਸਹੀ ਗੱਲ ਕਹੀ ਕਿ ਆਪੋਜੀਸ਼ਨ ਦਾ ਕੰਮ ਹੈ, ਜੇ ਤੁਸੀਂ ਠੋਕ ਵਜਾ ਕੇ ਇਸ ਗੱਲ ਨੂੰ ਮੰਨਦੇ ਹੋ ਅੱਛੀ ਗੱਲ ਹੈ। ਇੱਕ ਅੱਛਾ ਆਪੋਜੀਸ਼ਨ ਉਦੋਂ ਹੀ ਕਹਿਲਾਇਆ ਜਾਂਦਾ ਜਦੋਂ ਪੱਖ ਦੇ ਜਾਂ ਜਿਹੜੇ ਵੀ ਰੂਲਿੰਗ ਜਿਹੜੀ ਪਾਰਟੀ ਹੁੰਦੀ ਹੈ ਉਸ ਦੇ ਹਰ ਮੁੱਦੇ ਨੂੰ ਚੁੱਕ ਕੇ ਲੈ ਕੇ ਆਂਦਾ, ਸੰਗਤ ਦੇ ਸਾਹਮਣੇ ਲੈ ਕੇ ਜਾਂਦਾ। ਤੁਸੀਂ ਵਧੀਆ ਆਪੋਜੀਸ਼ਨ ਦਾ ਫਰਜ਼ ਅਦਾ ਕਰ ਰਹੇ ਹੋ। ਇਸ ਗੱਲ 'ਚ ਕੋਈ ਅੱਛੀ ਗੱਲ ਲੱਗੀ ਕਿ ਤੁਸੀਂ ਅਸੈਪਟ ਤਾਂ ਕਰ ਰਹੇ ਹੋ ਨਾ ਕਿ ਆਪੋਜੀਸ਼ਨ ਮੁੱਦਿਆਂ ਨੂੰ ਚੁੱਕ ਰਿਹਾ। ਇਹ ਮੁੱਦਾ ਨਹੀਂ ਹੈ, ਇਹ ਇਨਸਾਫ ਦੀ ਗੱਲ ਹੈ। ਸਾਡੀ ਭੈਣਾਂ ਮਾਵਾਂ, ਸਾਡੇ ਟੀਚਰ, ਸਾਡੇ ਗੁਰੂ, ਸਾਡੇ ਆਉਣ ਵਾਲੇ ਭਵਿੱਖ ਬਣਾਉਣ ਵਾਲੀ ਟੀਚਰਾਂ ਨੇ, ਸਾਡੇ ਗੁਰੂ ਨੇ, ਇਹਨਾਂ ਦੇ ਹੱਕਾਂ ਦੀ ਗੱਲ ਨਹੀਂ ਕਰਾਂਗੇ ਤੇ ਕਿਹਨਾਂ ਦੀ ਗੱਲ ਕਰਾਂਗੇ? ਅੱਜ GHPS ਤੋਂ ਪੜ੍ਹ ਕੇ ਸਾਡੇ ਵਰਗੇ ਬੰਦੇ ਕਿੱਥੇ ਤੇ ਕਿੱਥੇ ਸਟੈਂਡ ਨੇ, ਕੋਈ ਵਿਦੇਸ਼ਾਂ ਵਿੱਚ ਹੈ, ਕੋਈ ਕਿੱਥੇ ਹੈ। ਜਦ ਉਹ ਸਾਡੇ ਨਾਲ ਗੱਲ ਕਰਦੇ ਨੇ ਕਿ ਤੁਸੀਂ ਦਿੱਲੀ ਬੈਠੇ ਹੋ, ਸਾਡੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਜਿਹੜੀ ਇੱਕ ਬੜਾ ਵੱਡਾ ਜਹਾਜ਼ ਸੀਗਾ ਅੱਜ ਉਹ ਡੁੱਬਣ ਦੇ ਕਗਾਰ ਤੇ ਆ ਗਿਆ। ਔਰ ਇਹਨਾਂ ਦੀ ਜਿਹੜੀ ਇੱਕ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੇ ਧਾਰਮਿਕ ਬੋਡੀ ਕਹੀ ਜਾਂਦੀ ਸੀ, ਇਹਨਾਂ ਨੇ ਤਾਂ ਕਾਰਪੋਰੇਟ ਬੋਡੀ ਆਫ ਬਣਾਤੀ ਹੈ, ਇਹ ਤਾਂ ਕਾਰਪੋਰੇਟ ਆਫਿਸ ਬਣਾਤਾ ਇਹਨਾਂ ਨੇ। ਤੇ ਤੁਸੀਂ ਮੈਨੂੰ ਦੱਸੋ ਨਾ ਕਿ ਕਿਹੜੀ ਚੀਜ਼ ਇਹਨਾਂ ਨੇ ਧਰਮ ਵਾਸਤੇ ਕੀਤੀ ਹੈ? ਤੁਸੀਂ ਕੋਈ ਜਿਹੜੀ ਗੱਲ ਕਰ ਰਹੇ ਨੇ ਸਭ ਜੁਮਲੇ, ਰੋਜ਼ ਨਵੀਂ ਕੋਈ ਨया ਜੁਮਲਾ ਲਿਆ ਕੇ ਅੱਗੇ ਪੇਸ਼ ਕਰ ਦਿੰਦੇ ਨੇ, ਉਹਦਾ ਜਦ ਸੱਚ ਨਿਕਲਦਾ ਹੈ ਤੇ ਉਹ ਸਾਰੀ ਚੀਜ਼ ਸੰਗਤ ਅੱਗੇ ਸਾਹਮਣੇ ਆਉਂਦੀ ਹੈ ਗੱਲ। ਠੀਕ ਹੈ। ਅਮਰੀਕ ਸਿੰਘ ਵਿਕਾਸਪੁਰੀ ਇੱਥੇ ਹੈਗੇ ਨੇ। ਵੀਰ ਜੀ, ਵਿਕਾਸਪੁਰੀ ਤੋਂ ਇੱਧਰ ਬੜੀ ਦੂਰ ਤੱਕ ਤੁਸੀਂ ਸਫ਼ਰ ਤੈਅ ਕਰਕੇ ਆਏ ਹੋ, ਇੱਧਰ ਆ ਕੇ ਤੁਸੀਂ ਖੜੇ ਹੋਏ ਹੋ, ਕੀ ਫੀਲ ਕੀਤਾ? ਦੇਖੋ ਜੀ, ਮੇਰੇ ਇਹਨਾਂ ਦੀਆਂ ਪਰੇਸ਼ਾਨੀਆਂ ਦੇਖ ਕੇ ਭੈਣ ਜੀਆਂ ਦੀਆਂ ਤੇ ਮੈਂ ਆਪਣੇ ਨੂੰ ਬਹੁਤ ਅਫਸੋਸ ਨਾਲ ਕਹਿ ਰਿਹਾ ਕਿ ਹੁਣ ਇੱਕ ਭੈਣ ਜੀ ਨੇ ਕਿਹਾ ਕਿ ਸਾਡੇ ਘਰ ਇਹ ਹਾਲਾਤ ਹੋ ਗਏ ਕਿ ਰਾਸ਼ਨ ਵੀ ਨਹੀਂ ਹੈ। ਸ਼ਰਮ ਆਣੀ ਚਾਹੀਦੀ, ਡੁੱਬ ਮਰਨਾ ਚਾਹੀਦਾ। ਜੇ ਅਸੀਂ ਆਪਣੇ ਪਰਿਵਾਰਾਂ ਨੂੰ ਰਾਸ਼ਨ ਨਹੀਂ ਦੇ ਪਾਇਆ, ਅਸੀਂ ਲੋਕਾਂ ਲਈ ਤੇ ਆਪਣਾ ਝੰਡਾ ਚੁੱਕਣ ਲਈ, ਆਪਣੀ ਪਬਲਿਸਿਟੀ ਕਰਨ ਲਈ ਅਸੀਂ ਬਥੇਰੀ ਜਗ੍ਹਾ ਰਾਸ਼ਨ ਵੰਡਤਾ। ਅਸੀਂ ਇਹ ਵੀ ਖਾਤਾ ਕਿ ਇੱਥੇ ਵੀ ਰਾਸ਼ਨ ਜਾ ਰਿਹਾ ਤੇ ਇੱਥੇ ਵੀ ਲੰਗਰ ਜਾ ਰਿਹਾ। ਇਹ ਇੰਨੀ ਭੈਣਾਂ ਸਾਡੀ ਬੈਠੀਆਂ ਨੇ, ਇਹਨਾਂ ਨੂੰ ਮੈਂ ਸ਼ਾਬਾਸ਼ ਕਹਾਂਗਾ। ਭੈਣਾਂ ਨੂੰ ਸੈਲਰੀ ਨਾ ਮਿਲਣ ਤੋਂ ਬਾਅਦ ਵੀ ਬੱਚਿਆਂ ਦੀ ਕਲਾਸਾਂ ਲੈ ਰਹੀਆਂ ਨੇ, ਬੱਚਿਆਂ ਦਾ ਭਵਿੱਖ ਨਹੀਂ ਖਰਾਬ ਕਰ ਰਹੀਆਂ, ਪਰ ਆਪਣੇ ਹੱਕ ਲਈ ਭੈਣਾਂ ਸਾਰੀਆਂ ਬੈਠੀਆਂ ਹੋਈਆਂ ਨੇ। ਸ਼ਰਮ ਆਣੀ ਚਾਹੀਦੀ ਹੈ। ਇਹਨਾਂ ਦੇ ਬਾਰੇ ਅਸੀਂ ਲੋਕ ਨਹੀਂ ਸੋਚਾਂਗੇ ਤੇ ਕੌਣ ਸੋਚੇਗਾ? ਇੰਨੀ ਵੱਡੀ ਮੈਨੇਜਮੈਂਟ ਸੰਸਾਰ ਭਰ ਦੇ ਵਿੱਚ ਕਿਸੇ ਨੂੰ ਪੁੱਛੋ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਇੰਨੀ ਵੱਡੀ ਹੈ, ਉਸ ਤੋਂ ਬਾਵਜੂਦ ਸਾਡੀ ਭੈਣਾਂ ਅੱਜ ਆਪਣੀ ਸੈਲਰੀ ਲਈ ਸੰਘਰਸ਼ ਕਰ ਰਹੀਆਂ ਨੇ। ਇਸ ਤੋਂ ਵੱਡੀ ਸ਼ਰਮ ਦੀ ਗੱਲ ਸਾਡੇ ਲਈ ਕੀ ਹੋਏਗੀ? ਠੀਕ ਹੈ। ਇੱਕ ਸਾਡੇ ਨਾਲ ਸਟਾਫ ਤੋਂ ਇੱਕ ਨੁਮਾਇंदे आए ने। आप क्या काम करते हैं? मैं MTS हुई हूँ स्कूल में, 30 साल से नौकरी कर रहा हूँ और 10 साल का मेरा DA इंक्रीमेंट 2001 से 2010 तक का अभी तक नहीं मिला मेरे को, वो सारा रुका हुआ है। और अब जो भी तनख्वाह मिल जाए उससे हमारा गुजारा नहीं चल रहा। आप कितने दिन से धरने पे बैठे हैं? हम यहाँ पे 15-20 दिन तो हो गए हैं, तब धरने पे चल ही रहे हैं। आप भी आ रहे हैं रोज? बिल्कुल डेली आ रहे हैं जी। आप सर, आप जी कितने?
ਵੀਰ ਜੀ ਮੈਂ ਗੁਰਪ੍ਰੀਤ ਸਿੰਘ ਨਿੱਕੂ ਕਨਾਟ ਪਲੇਸ ਦੀ ਸੀਟ ਤੋਂ ਹਾਂ। ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਤੁਸੀਂ ਬੜੀ ਵੱਡੀ ਗੱਲ ਕਹੀ ਕਿ ਆਪੋਜੀਸ਼ਨ ਦਾ ਰੋਲ। ਵੀਰ ਜੀ ਅਸੀਂ ਆਉਣ ਤੋਂ ਪਹਿਲੇ ਆਪਣੇ ਸਾਰੇ ਜਿੰਨੇ ਸਾਥੀ ਨੇ ਸਿੱਖ ਕੌਮ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਚੱਲੋ ਅਤੇ ਆਪੋਜੀਸ਼ਨ ਦਾ ਰੋਲ ਤਾਂ ਹੋਏ ਜੇ ਅਸੀਂ ਇੱਥੇ ਧਰਨੇ ਆਪਣੇ ਬੈਨਰ ਲਿਆ ਕੇ ਮਸ਼ਹੂਰੀ ਕਰ ਰਹੇ ਹੋਈਏ। ਅਸੀਂ ਸਿੱਖ ਸੰਗਤਾਂ ਲਈ ਆਏ ਔਰ ਸਿੱਖ ਦਾ ਪਹਿਲਾ ਕਰਤੱਵ ਇਹੀ ਹੈ ਕਿ ਕਿਸੇ ਕੌਮ ਦੇ ਉੱਤੇ ਕੋਈ ਵਿਪਦਾ ਆਉਂਦੀ ਹੈ ਤਾਂ ਸਿੱਖ ਅੱਗੇ ਜਾਂਦੇ ਨੇ ਔਰ ਸਾਡੀ ਕੌਮ ਦੇ ਉੱਤੇ ਵਿਪਦਾ ਆ ਰਹੀ ਹੈ ਤੇ ਕੌਣ ਅੱਗੇ ਜਾਏਗਾ। ਤੁਸੀਂ ਗੱਲ ਕੀਤੀ ਆਪੋਜੀਸ਼ਨ ਦੀ, ਮੈਂ ਉਹਦਾ ਜਵਾਬ ਤੁਹਾਨੂੰ ਦੇਣਾ ਚਾਹ ਰਿਹਾ। ਇਹ ਆਪੋਜੀਸ਼ਨ ਦੀ ਗੱਲ ਨਹੀਂ ਹੈ। ਸਿੱਖ ਧਰਮ ਇੱਕ ਐਸਾ ਧਰਮ ਹੈ ਦੂਸਰੇ ਧਰਮ ਦੀ ਰੱਖਿਆ ਖਾਤਰ ਆਪ ਕੁਰਬਾਨ ਹੋ ਜਾਂਦਾ ਹੈ ਤੇ ਜਦੋਂ ਆਪਣੇ ਧਰਮ ਦੇ ਉੱਤੇ ਗੱਲ ਆਏਗੀ ਤਾਂ ਕੌਣ ਆਏਗਾ? ਕੋਈ ਬਗਾਨੇ ਤੇ ਆਣਗੇ ਨਹੀਂ ਤੇ ਸਾਨੂੰ ਆਪੋਜੀਸ਼ਨ ਚੁੱਪ ਹੋਏਗਾ ਨਾ, ਜੇ ਆਪੋਜੀਸ਼ਨ ਚੁੱਪ ਹੈਗਾ ਨਾ ਤੇ ਉਹ ਵੀ ਉਹਦੀ ਨਲਾਇਕੀ ਹੈ। ਤੁਹਾਡੀ ਪਾਰਟੀ ਆਈ ਹੈ, ਸ਼੍ਰੋਮਣੀ ਅਕਾਲੀ ਦਲ ਦਿੱਲੀ ਆਈ ਆ, ਮੈਂ ਇਸ ਗੱਲ ਤੇ ਸਲੂਟ ਕਰਦਾ ਕਿ ਤੁਹਾਡੀ ਪਾਰਟੀ ਆਈ ਆਪੋਜੀਸ਼ਨ ਦਾ ਜੋ ਰੋਲ ਹੈ ਉਹ ਅਦਾ ਕਰ ਰਹੀ ਹੈ। ਪਰ ਦਿੱਲੀ ਦੇ ਵਿੱਚ ਹੋਰ ਵੀ 3-4 ਪਾਰਟੀਆਂ ਹੈ, ਉਹਨਾਂ ਨੂੰ ਵੀ ਹਲੂਣਾ ਹੈ ਕਿ ਉਹ ਸਿਰਫ ਦਿੱਲੀ ਦੇ ਵਿੱਚ ਉਹ ਇਲੈਕਸ਼ਨ ਲੜਨ ਤੱਕ ਸੀਮਿਤ ਹੈ ਜਾਂ ਵਾਕਈ ਆਪੋਜੀਸ਼ਨ ਦਾ ਰੋਲ ਅਦਾ ਕਰਨਾ। ਤੁਸੀਂ ਆਪੋਜੀਸ਼ਨ ਦਾ ਰੋਲ ਅਦਾ ਕਰ ਰਹੇ ਹੋ, ਪਰ ਗੱਲ ਹੈ ਕਿ ਉਹ ਕਿਸ ਤਰੀਕੇ ਨਾਲ ਬਖੂਬੀ ਜਿਹੜਾ ਅਦਾ ਕੀਤਾ ਜਾਂਦਾ। ਮੈਂ ਉਹ ਵੀ ਤੁਹਾਨੂੰ ਜਵਾਬ ਦੇਣਾ ਚਾਹੁੰਦਾ। ਮੇਰਾ ਇੱਕ ਛੋਟਾ ਜਿਹਾ ਹੋਰ ਤੁਹਾਨੂੰ ਬੇਨਤੀ ਵੀ ਔਰ ਸਵਾਲ ਵੀ ਹੈ ਕਿ ਦੇਖੋ ਤੁਸੀਂ ਕਹਿ ਰਹੇ ਹੋ ਕਿ ਆਪੋਜੀਸ਼ਨ ਦਾ ਅਸੀਂ ਆਪੋਜੀਸ਼ਨ ਦੀ ਮੇਨ ਰੋਲ ਆਏ ਹਾਂ। ਸ਼੍ਰੋਮਣੀ ਅਕਾਲੀ ਦਲ ਦਿੱਲੀ ਪਰਿਵਾਰ ਇੱਥੇ ਇਕੱਤਰ ਹੋਇਆ, ਸਾਰੇ ਸੀਨੀਅਰ ਨੇ, ਮੈਂ ਬਹੁਤ ਜੂਨੀਅਰ ਹਾਂ, ਹਜੇ ਮੈਨੂੰ ਬੁਲਾ ਰਹਾ ਵੀ ਮੈਂ ਕੋਈ ਬਹੁਤ ਚੰਗਾ ਨਹੀਂ ਕਿ ਮੈਂ ਬਹੁਤ ਚੰਗਾ ਬੋਲਾਂ, ਲੇਕਿਨ ਤੁਹਾਨੂੰ ਮੈਂ ਦੱਸ ਰਿਹਾ ਕਿ ਇਹ ਸਿੱਖ ਕੌਮ ਹੈ। ਸਿੱਖ ਕੌਮ ਕਿੰਨੇ ਤਰਲੇ ਪਾਣਗੇ ਤੁਸੀਂ ਖੁਦ ਦੱਸੋ। 10-10 ਹਜ਼ਾਰ ਰੁਪਏ ਸੈਲਰੀ, ਤੁਸੀਂ ਆਪ ਸਿਆਣੇ ਹੋ, 10,000 ਚ ਕੋਈ ਪਰਿਵਾਰ ਪਾਲ ਸਕਦਾ ਹੈ? ਪਾਲ ਸਕਦਾ? ਕੋਈ ਨਹੀਂ ਪਾਲ ਸਕਦਾ। ਇਹ ਜਾਣ ਕੇ ਨੀਂਦ ਦਾ ਨਾਟਕ ਕਰ ਰਹੇ ਨੇ। ਦੇਣਾ ਚਾਹਣ ਤੇ ਤੁਸੀਂ ਦੇਖੋ ਇਹਨਾਂ ਦੀ ਇੱਕ ਪਾਰਟੀ 'ਚ ਕਿੰਨਾ ਪੈਸਾ ਖਰਚ ਦਿੰਦੇ ਨੇ। ਪੋਲੀਟੀਕਲ ਬੈਕਗ੍ਰਾਉਂਡ ਇਹਨਾਂ ਕੋ, ਪਿੱਛੇ ਸਪੋਰਟ ਇਹਨਾਂ ਨੂੰ, ਬਾਦਲ ਪਰਿਵਾਰ ਦੀ ਸਪੋਰਟ, ਇੱਕ ਇਲੈਕਸ਼ਨ 'ਚ ਚਾਹਣ ਤੇ ਕਿੰਨਾ ਪੈਸਾ ਖਰਚ ਸਕਦੇ ਨੇ। ਜੋ ਚਾਹਣ ਨਾ ਇੱਕ ਦਿਨ 'ਚ ਪੂਰੀ ਟੀਚਰ, ਦਿੱਲੀ ਦੇ ਟੀਚਰ, GHP, GNP ਸਾਰੇ ਟੀਚਰਾਂ ਦੀ ਇੱਕ ਦਿਨ 'ਚ ਸੈਲਰੀ ਰਿਲੀਜ਼ ਕਰ ਦੇਣ। ਉਹ ਤਾਂ ਕਹਿੰਦੇ ਪੈਸਾ ਹੀ ਹੈ ਨਹੀਂ ਸਾਡੇ ਕੋਲ। ਗੁਰੂ ਜੀ ਉਹ ਤਾਂ ਦਿਖਾਵਾ ਕਰ ਰਹੇ ਨੇ ਨਾ, ਕਮੇਟੀਆਂ ਭਰ ਰਹੀਆਂ। ਤੁਹਾਨੂੰ ਮੈਂ ਕੀ ਦੱਸਾਂ ਗੁਰੂ ਘਰਾਂ ਦੇ ਵਿੱਚ ਬੈਠ ਕੇ ਕੀ ਕਰ ਰਹੇ ਨੇ। ਗੁਰੂ ਘਰ ਵਿੱਚ ਬੈਠ ਕੇ ਗੁਰੂ ਘਰ ਦੀ ਗੱਲ ਹੋਣੀ ਚਾਹੀਦੀ ਔਰ ਕਰ ਰਹੇ ਕਾਉਂਸਲਰਾਂ ਦੀ ਗੱਲ, ਲੈ ਰਹੇ ਨੇ ਕਾਉਂਸਲਰਾਂ ਦੇ ਪੈਸੇ। ਤੁਹਾਨੂੰ ਕੀ ਦੱਸੀ ਇਹਨਾਂ ਦੇ 5 ਜਿਹੜੇ ਕਾਉਂਸਲਰ ਨੇ ਉਹ ਇਹਨਾਂ ਦਾ ਆਪਣਾ ਕਹਿਣਾ ਨਹੀਂ ਮੰਨ ਰਹੇ। ਗੁਰੂ ਘਰ ਦੇ ਪੈਸੇ ਖਾ ਚੁੱਕੇ ਨੇ 123 ਕਰੋੜ ਜੋ ਫੰਡ। ਤੁਸੀਂ ਉਸ ਤੇ ਮੁੱਦਾ ਕਿਉਂ ਨਹੀਂ ਚੁੱਕਿਆ? ਤੁਸੀਂ ਉਸ ਤੇ ਮੁੱਦਾ ਅਸੀਂ ਲਗਾਤਾਰ ਕਿੱਥੇ ਤੁਸੀਂ ਬੋਲੇ? ਅਸੀਂ ਕਾਉਂਸਲਰਾਂ ਦੇ ਮੁੱਦੇ ਤੇ ਕਦੋਂ ਬੋਲੇ? ਸਾਡੀ ਟੀਮ ਦੇ ਨਾਲ ਕਿਉਂ ਕਦੋਂ ਬੋਲੇ? ਪ੍ਰੋਫਾਈਲ ਚੈੱਕ ਕਰੋ, ਕਰ ਰਹੇ ਹਾਂ ਰੋਜ਼ ਚੈੱਕ। ਤੁਸੀਂ ਚੈੱਕ ਕਰੋ, ਮੇਰੀ ਪ੍ਰੋਫਾਈਲ ਚੈੱਕ ਕਰੋ, ਹਰ ਮੇਰੀ ਤੁਹਾਨੂੰ ਡੇਲੀ ਪੋਸਟ ਮਿਲੇਗੀ। ਅਸੀਂ ਪਾ ਰਹੇ ਹਾਂ ਕਿ ਜਿਹੜੇ ਧੰਦੇ ਹੋ ਰਹੇ ਨੇ, ਧਰਨੇ ਹੋ ਰਹੇ ਨੇ, ਅਸੀਂ ਉਹਨਾਂ ਦੇ ਖਿਲਾਫ ਲਾ ਰਹੇ ਹਾਂ ਔਰ ਅਸੀਂ ਲਾਵਾਂਗੇ, ਵੱਧ ਚੜ ਕੇ ਲਾਵਾਂਗੇ। ਅਸੀਂ ਬੇਨਤੀ ਕਰਦੇ ਹਾਂ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਿੱਲੀ ਪਰਿਵਾਰ ਦੀ ਲੜਾਈ ਨਹੀਂ ਹੈ, ਇਹ ਸਾਰੀ ਸਮੁੱਖ ਸਿੱਖ ਸਮੂਹ ਸੰਗਤ ਦੀ ਲੜਾਈ ਹੈ। ਔਰ ਮੈਂ ਅੱਜ ਤੁਹਾਡੇ ਅਕਾਲ ਚੈਨਲ ਦੇ ਰਾਹੀਂ ਮਾਧਿਅਮ ਰਾਹੀਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਬਾਈਟ ਦੇਖ ਰਹੇ ਨੇ, ਜਿਹੜੇ ਇੰਟਰਵਿਊ ਦੇਖ ਰਹੇ ਨੇ, ਸਾਡੇ ਨਾਲ ਜੁੜਨ ਤਾਂ ਕਿ ਸਾਡੇ ਉੱਤੇ ਇਹ ਸਵਾਲ ਨਾ ਉੱਠੇ ਕਿ ਸ਼੍ਰੋਮਣੀ ਅਕਾਲੀ ਦਲ ਸਰਨਾ ਪਰਿਵਾਰ ਕਰ ਰਿਹਾ, ਜਾਣ ਕੇ ਦਿਖਾਵਾ ਕਰ ਰਿਹਾ। ਅਸੀਂ ਕੋਈ ਇਹਨਾਂ ਨੂੰ ਪੰਪ ਨਹੀਂ ਦੇ ਰਹੇ, ਇਹਨਾਂ ਦੇ ਘਰ ਵਿਪਤਾ ਆਏਗੀ। ਔਰ ਤੁਹਾਨੂੰ ਮੈਂ ਗੱਲ ਕਹਾਂ, ਜੇ ਸਾਡੀ ਮੌਜੂਦਾ ਕਮੇਟੀ ਕਦੀ ਆਂਦੀ ਹੈ, ਅਗਲੇ ਸਾਲ ਆਂਦੀ ਹੈ ਇਸ ਇਲੈਕਸ਼ਨ ਦੇ ਵਿੱਚ, ਔਰ ਸਾਡੇ ਪਰਿਵਾਰ ਵਿੱਚੋਂ ਵੀ ਗਲਤੀ ਹੋਏਗੀ ਤਾਂ ਵੀ ਤੁਹਾਨੂੰ ਉੱਥੇ ਖੜੇ ਮਿਲਾਂਗੇ। ਇਹ ਤੁਹਾਡੇ ਸਾਹਮਣੇ ਅਕਾਲ ਚੈਨਲ ਦੇ ਰਾਹੀਂ ਮਾਧਿਅਮ ਰਾਹੀਂ ਲਾਈਵ ਕਹਿ ਰਹੇ ਹਾਂ ਤੁਹਾਨੂੰ, ਅਸੀਂ ਇਹਦੇ ਵਿੱਚੋਂ ਪਰਦਾ ਨਹੀਂ ਪਾਵਾਂਗੇ। ਜੇ ਸਾਡੇ ਪਰਿਵਾਰ ਦਾ ਕੋਈ ਮੈਂਬਰ ਵੀ ਅਸੀਂ ਗਲਤੀ ਕਰੇਗਾ ਤਾਂ ਵੀ ਅਸੀਂ ਉਹਦੇ ਹੱਕ 'ਚ ਆਵਾਜ਼ ਉਠਾਵਾਂਗੇ, ਉਹਦੇ ਖਿਲਾਫ ਆਵਾਜ਼ ਉਠਾਵਾਂਗੇ। ਮੇਰੀ ਬੇਨਤੀ ਕਰਦੇ ਹਾਂ ਜੀ। ਇੰਦਰਜੀਤ ਸਿੰਘ ਸੰਤਗੜੀ ਸਾਡੇ ਨਾਲ ਮੌਜੂਦ ਨੇ, ਇੱਕ ਬੜੇ ਜ਼ਿੰਮੇਵਾਰ ਬੁਲਾਰੇ ਨੇ ਅਕਾਲੀ ਦਲ ਦਿੱਲੀ ਦੇ। ਇੰਦਰਜੀਤ ਸਿੰਘ ਜੀ ਇਹ ਕਹਿੰਦੇ ਆ ਕਿ ਜਦ ਇੱਕ ਆਪੋਜੀਸ਼ਨ ਕਮਜ਼ੋਰ ਹੁੰਦਾ ਹੈ ਜਾਂ ਨਲਾਇਕ ਹੁੰਦਾ ਹੈ ਤਾਂ ਸੱਤਾ ਪੱਖ ਜਿਹੜੀ ਹੁੰਦਾ ਨਾ ਉਹਨੂੰ ਮਨਮਾਨੀ ਕਰਨ ਦਾ ਪੂਰਾ ਹੱਕ ਮਿਲ ਜਾਂਦਾ ਹੈਗਾ। ਪਰ ਤੁਸੀਂ ਇੱਥੇ ਚਲੋ ਆਪੋਜੀਸ਼ਨ ਦਾ ਰੋਲ ਅਦਾ ਕਰਦੇ ਹੋਏ ਜਾਂ ਕਿਸੇ ਵੀ ਤਰੀਕੇ ਮੁੱਦਾ ਚੁੱਕਣ ਆਏ ਹੋ। ਗੱਲ ਇਹ ਹੈਗੀ ਹੈ, ਤੁਸੀਂ ਇਸ ਤੋਂ ਪਹਿਲੇ ਵੀ ਜਦੋਂ ਲੋਕਡਾਊਨ ਦੇ ਦੌਰਾਨ ਵੀ ਇੱਕ ਧਰਨਾ ਲੱਗਾ ਸੀਗਾ, ਤੁਸੀਂ ਰਕਾਬਗੰਜ ਸਾਹਿਬ ਵਿਖੇ ਵੀ ਜਾ ਕੇ ਟੀਚਰਾਂ ਦੇ ਨਾਲ ਖੜੇ ਹੋਏ ਸੀਗੇ। ਜਾਗੋ ਪਾਰਟੀ ਦੇ ਵੀ ਨੁਮਾਇੰਦੇ ਉਹਦੇ ਵਿੱਚ ਨਜ਼ਰ ਆਏ ਸੀਗੇ। ਤੁਸੀਂ ਵੀ ਪੂਰੀ ਰਾਤ ਜਿਹੜਾ ਗੁਰਪ੍ਰੀਤ ਸਿੰਘ ਹਰੀ ਜਿਹੜੇ ਆਪਣਾ ਹੈਗੇ ਨੇ ਉਹਨਾਂ ਦੀ ਵੀ ਜਿਹੜੀ ਉਹ ਵੀਡੀਓ ਕਾਫੀ ਵਾਇਰਲ ਹੋਈ ਸੀਗੀ। ਸੋ ਅੱਜ ਫੇਰ ਤੁਸੀਂ ਇੱਥੇ ਆਏ ਹੋ, ਮੁੱਦਾ ਤਾਂ ਹਜੇ ਵੀ ਉੱਥੇ ਦਾ ਉੱਥੇ ਹੀ ਖੜਾ, ਤੁਹਾਨੂੰ ਕੋਈ ਸੋਲੂਸ਼ਨ ਨਜ਼ਰ ਆ ਰਿਹਾ ਇਹਦੇ 'ਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਡਾ ਜਿਹੜਾ ਕੁਐਸਚਨ ਪੁੱਛਣ ਦਾ ਜਿਹੜਾ ਤਰੀਕਾ ਹੈ ਨਾ ਉਹ ਬਹੁਤ ਮੈਂ ਕਹਾਂਗਾ ਬੜਾ ਕਾਬਲੇ ਤਾਰੀਫ ਹੈਗਾ ਵੇ। ਤੁਸੀਂ ਜਿਸ ਤਰੀਕੇ ਦੇ ਨਾਲ ਇਸ ਟਾਈਮ ਨੁਮਾਇੰਦਗੀ ਕਰਦੇ ਪਏ ਹੋ, ਅਕਾਲ ਚੈਨਲ ਦੇ ਮਾਧਿਅਮ ਰਾਹੀਂ ਸੰਗਤਾਂ ਨੂੰ ਦੱਸਦੇ ਪਏ ਹੋ, ਇਹ ਕੋਈ ਇੱਕ ਪੱਖ ਰੱਖ ਕੇ ਨਹੀਂ ਚੱਲਦੇ ਪਏ। ਅਸੀਂ ਵੀ ਕਿਸੇ ਪੱਖ ਨੂੰ ਰੱਖ ਕੇ ਨਹੀਂ ਅੱਗੇ ਆਏ। ਇਹ ਕੌਮ ਦੇ ਅਣਖ ਤੇ ਗੈਰਤ ਦੀ ਗੱਲ ਹੈ। ਕਹਿੰਦੇ ਜਿਹੜੀ ਗਾਂ ਸ਼ੇਰ ਦੇ ਮੂੰਹ ਆ ਜਾਵੇ ਉਹਦੇ ਹੱਡ ਵੀ ਨਹੀਂ, ਉਹਦਾ ਮਾਸ ਵੀ ਨਹੀਂ। ਜਿਹੜੀ ਕੌਮ ਚੋਂ ਅਣਖ ਤੇ ਗਈ ਗੈਰਤ ਉਹ ਅੱਜ ਵੀ ਨਹੀਂ, ਉਹ ਕੱਲ ਵੀ ਨਹੀਂ। ਸਾਡੀ ਕੌਮ ਦੀ ਅਣਖ ਤੇ ਗੈਰਤ ਦੇ ਉੱਤੇ ਗੱਲ ਆ ਗਈ ਹੋਈ ਹੈ। ਉਹਦਾ ਕਾਰਨ ਮੈਂ ਤੁਹਾਨੂੰ ਦੱਸਾਂ। ਕੁਛ ਇੱਕ ਟਾਈਮ ਪਹਿਲਾਂ ਇਸੇ ਇਲਾਕੇ ਵਿੱਚ ਮੈਂ ਪਹਿਲਾਂ ਇੱਕ ਵਾਰੀ ਆਇਆ ਸੀ, ਜਦੋਂ ਅਸੀਂ ਇੱਥੇ ਤੁਹਾਨੂੰ ਪਤਾ ਹੋਏਗਾ ਕਿ ਦੰਗਾ ਹੋਏ ਸੀਗੇ ਕਾਫੀ, ਉਹ ਮੁਸਲਿਮ ਦੇ ਵੀਰਾਂ ਦੇ ਤੇ ਹਿੰਦੂ ਵੀਰਾਂ ਦੇ ਆਪਸ ਵਿੱਚ। ਹਾਂਜੀ ਹਾਂਜੀ। ਤੇ ਇੱਥੇ ਕਾਫੀ ਰਸਤ ਵੀ ਵੰਡੀ ਗਈ, ਸਾਰਾ ਕੁਝ ਕੀਤਾ ਗਿਆ। ਇਹ ਉਹੀ ਇਲਾਕਾ ਹੈ। ਜਦੋਂ ਮੈਂ ਇੱਥੇ ਆਇਆ ਤਾਂ ਮੈਂ ਦੇਖ ਕੇ ਹੈਰਾਨ ਹੋ ਰਿਹਾ ਸੀ ਵੀ ਇਸ ਇਲਾਕੇ ਵਿੱਚ ਤੇ ਸਿੱਖ ਕੌਮ ਦੇਣ ਵਾਸਤੇ ਆਈ ਸੀ, ਵੰਡਣ ਵਾਸਤੇ ਆਈ ਸੀ। ਅੱਜ ਸਾਡੀਆਂ ਧੀਆਂ ਭੈਣਾਂ ਇਸ ਅਣਖ ਤੇ ਗੈਰਤ ਨੂੰ ਸਾਡੀ ਇਹ ਕਿੱਥੇ ਆ ਕੇ ਚੋਟ ਲੱਗਦੀ ਪਈ ਹੈ।
ਅੱਜ ਹਾਲਾਤ ਭਾਜੀ ਇਹ ਨਹੀਂ ਬਣ ਚੁੱਕੇ। ਕਈ ਕੱਲ ਮੇਰੇ ਤੋਂ ਕਿਸੇ ਵੀਰ ਨੇ ਪੁੱਛਿਆ ਕਿ ਬਾਦਲ ਨਾਲ ਤੁਹਾਡਾ ਕੋਈ ਆਪਸੀ ਰੰਜਿਸ਼ ਜਿਹੜੀ ਹੈਗੀ ਹੈ, ਕੋਈ ਉਹ ਤੇ ਵਿਚਾਰਾਂ ਦੀ ਰੰਜਿਸ਼ ਹੈ ਨਾ, ਕੋਈ ਜਾਤੀ ਦੁਸ਼ਮਣੀ ਥੋੜ੍ਹਾ ਕੀ ਹੈ ਸਾਡੀ ਬਾਦਲ ਨਾਲ। ਲੇਕਿਨ ਮੈਂ ਤੁਹਾਨੂੰ ਅੱਜ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦਾ, ਸਾਡੀ ਵਾਕਈ ਹੀ ਬਾਦਲ ਨਾਲ ਜਾਤੀ ਦੁਸ਼ਮਣੀ ਹੈ। ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਸਾਡੇ ਜਾਤੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਜਾਤੀ ਨੇ, ਅਸੀਂ ਉਹਨਾਂ ਨੂੰ ਆਪਣਾ ਪਿਤਾ ਕਹਿੰਦੇ ਹਾਂ। ਅਸੀਂ ਇਹ ਜਿਹੜੀ ਧੀਆਂ ਬੈਠੀਆਂ ਹੋਈਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧੀਆਂ ਬੈਠੀਆਂ ਹੋਈਆਂ, ਇਹ ਕੌਮ ਦੇ ਵਾਰਿਸ ਬੈਠੀਆਂ ਹੋਈਆਂ, ਜਿਨ੍ਹਾਂ ਨੇ ਸਾਡੇ ਅੱਗੇ ਆਉਣ ਵਾਲੇ ਵਿਰਸੇ ਨੂੰ ਸੰਭਾਲਣ ਵਾਸਤੇ, ਜਿਹੜੇ ਬੱਚਿਆਂ ਨੂੰ ਸਿਰਜਣਾ ਸੀ, ਸਾਡਾ ਭਵਿੱਖ ਸਿਰਜਣਾ ਸੀਗਾ। ਅੱਜ ਉਹ ਸਾਡੀ ਕੌਮ ਦੀ ਜਿਹੜੀ ਅਣਖ ਗੈਰਤ ਹੈ ਨਾ, ਉਹ ਆ ਕੇ ਸੜਕਾਂ ਉੱਤੇ ਆ ਕੇ ਦੇਖੋ ਜਰਾ, ਇੱਥੇ ਆ ਕੇ ਕੋਈ ਹਾਲਾਤ ਦੇਖੋ। ਮੈਂ ਤਾਂ ਵੇਖ ਕੇ ਹੈਰਾਨ ਹੋ ਰਿਹਾ ਸੀ, ਸਾਡੇ ਹੱਥ ਵਸ ਕੁਛ ਨਹੀਂ ਤੇ ਅਸੀਂ ਵੱਧ ਤੋਂ ਵੱਧ ਇਹਨਾਂ ਵਾਸਤੇ ਕੁਝ ਕਰਦੇ। ਲੇਕਿਨ ਅੱਜ ਜਿਹੜਾ ਹੱਕ ਹੈ ਨਾ, ਜਿਹੜਾ ਕਿਸੇ ਦਾ ਮਾਰਨਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਇਹਨਾਂ ਦਾ ਤੇ ਹੱਕ ਮਾਰਿਆ ਜਾ ਰਿਹਾ। ਇਹਨਾਂ ਦਾ ਕੌਮ ਤੇ ਇਹ ਦੱਸਣ ਵਾਲੀ ਸੀ ਵੀ ਕਿਸੇ ਦਾ ਅਗਰ ਹੱਕ ਮਾਰੋਗੇ ਉਹਦੇ ਵਾਸਤੇ ਸੂਰ ਖਾਣ ਦੇ ਬਰਾਬਰ ਹੈ, ਉਹਦੇ ਵਾਸਤੇ ਗਾਂ ਖਾਣ ਦੇ ਬਰਾਬਰ ਹੈ। ਲੇਕਿਨ ਸਿੱਖ ਕੌਮ ਖੁਦ ਇਹਨਾਂ ਟੀਚਰਾਂ ਦਾ ਹੱਕ ਮਾਰ ਕੇ ਬੈਠ ਜਾਵੇ, ਇਹ ਤੇ ਮਸਲਾ ਹੀ ਨਹੀਂ ਸੀ ਸਾਡਾ ਹੋਣਾ ਚਾਹੀਦਾ। ਜਿਹੜੀ ਟੀਚਰਾਂ ਸਿੱਖ ਕੌਮ ਦੇ ਅੰਦਰ ਸਭ ਤੋਂ ਪਹਿਲਾਂ ਸ਼ਬਦ ਗੁਰੂ ਹੈ, ਅਸੀਂ ਸ਼ਬਦ ਗੁਰੂ ਦੇ ਉਪਾਸ਼ਕ ਹਾਂ, ਹਨਾ। ਤੇ ਸ਼ਬਦ ਗੁਰੂ ਸਿਖਾਉਣ ਵਾਸਤੇ ਸਭ ਤੋਂ ਪਹਿਲਾਂ ਉੱਚਾ ਦਰਜਾ ਜਿਹੜਾ ਦਿੱਤਾ ਗਿਆ, ਜਿਵੇਂ ਭਾਈ ਗੁਰਦਾਸ ਜੀ ਨੂੰ ਆਪਾਂ ਬੜਾ ਸਤਿਕਾਰ ਦਿੰਦੇ ਹਾਂ, ਟੀਚਰਾਂ ਦਾ ਦਰਜਾ ਉਹੀ ਸਾਡੇ ਕੌਮ ਦੇ ਅੰਦਰ ਮੰਨਿਆ ਗਿਆ ਕਿ ਟੀਚਰ ਜਿਹੜੇ ਨੇ ਉਹ ਸ਼ਬਦ ਗੁਰੂ ਦੀ ਸਿੱਖਿਆ ਦੇਣ ਵਾਲੇ ਨੇ। ਅਸੀਂ ਤੇ ਸ਼ਬਦ ਗੁਰੂ ਨੂੰ ਵੰਡਣਾ ਸੀਗਾ, ਉਲਟਾ ਟੀਚਰਾਂ ਦੀ ਤਨਖਾਹਾਂ ਰੋਕ ਕੇ ਹੱਕ ਮਾਰ ਲਿਆ ਉਹਨਾਂ ਦਾ। ਅਸੀਂ ਕਿਹੜੇ ਵਿਰਸੇ ਨੂੰ ਲੈ ਕੇ ਜਾਵਾਂਗੇ, ਕਿੱਥੇ ਜਾ ਕੇ ਰੋਈਏ? ਅਸੀਂ ਤਾਂ ਇਹਨਾਂ ਦੇ ਨਾਲ ਆ ਕੇ ਖੜੇ ਹੋ ਗਏ ਹਾਂ। ਬਾਕੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਡਿਸਾਈਡ ਕਰ ਰਹੇ ਹਾਂ ਕੁਝ, ਕਿਉਂਕਿ ਇਹ ਮੂਵਮੈਂਟ ਨੂੰ ਰੋਕਿਆ ਨਹੀਂ ਜਾਏਗਾ। ਇਹ ਜਿੰਨਾਂ ਧੀਆਂ ਭੈਣਾਂ ਜਿਨ੍ਹਾਂ ਦੇ ਆਪਾਂ ਇਹਨਾਂ ਨਾਲ ਬੈਠ ਕੇ ਵਿਚਾਰ ਕਰ ਰਹੇ ਹਾਂ, ਹਜੇ ਥੋੜੇ ਟਾਈਮ 'ਚ ਡਿਸੀਜਨ ਲੈ ਕੇ ਫਿਰ ਤੁਹਾਡੇ ਨਾਲ ਦੁਬਾਰਾ ਲਾਈਵ ਹੋ ਕੇ ਤੁਹਾਨੂੰ ਦੱਸਾਂਗੇ ਜੋ ਵੀ ਡਿਸੀਜਨ ਆਉਂਦਾ। ਇਹ ਸ਼ਾਇਦ ਇਹ ਮੂਵਮੈਂਟ ਹੁਣ ਇੱਥੇ ਨਹੀਂ ਰੁਕੇਗੀ। ਕੋਈ ਆਖਰੀ ਸਵਾਲ ਰਹੇਗਾ ਮੇਰਾ ਬਸ ਇਹਦੇ ਵਿੱਚ ਕਿ ਵੀ ਤੁਸੀਂ ਇਹ ਦੱਸੋ ਕਿ ਬਈ ਕੋਈ ਪਲੈਨਿੰਗ, ਕੋਈ ਫਾਈਨੈਂਸ਼ੀਅਲ ਐਡਵਾਈਜ਼ਰ, ਕਿਉਂਕਿ ਸਾਰਾ ਮਾਮਲਾ ਫਾਈਨੈਂਸ ਤੋਂ ਜੁੜਿਆ। ਦਿੱਲੀ ਕਮੇਟੀ ਇੱਕ ਵਾਰ ਨੂੰ ਕਹਿ ਚੁੱਕੀ ਹੈ ਕਿ ਸੰਗਤ ਗੁਰਦੁਆਰਿਆਂ ਦੇ ਵਿੱਚ ਉਨੀ ਆ ਨਹੀਂ ਰਹੀ ਹੈ, ਤਕਰੀਬਨ ਗੋਲਕਾਂ ਦਸਤਰ ਜਿਹੜਾ ਕਾਫੀ ਡਿੱਗਿਆ ਹੈਗਾ। ਵੈਸੇ ਤਾਂ ਸਕੂਲ ਦੀ ਫੀਸਾਂ ਤੋਂ ਹੀ ਭਰਪਾਈ ਹੋਣੀ ਚਾਹੀਦੀ ਸੀਗੀ, ਪਰ ਹੁਣ ਐਸਾ ਮਿਆਰ ਆ ਗਿਆ ਕਿ ਗੋਲਕਾਂ ਦੇ ਵਿੱਚੋਂ ਫੀਸ ਜਿਹੜੀ ਹੈਗੀ ਹੈ ਤਨਖਾਹਾਂ ਦਿੱਤੀਆਂ ਜਾ ਰਹੀਆਂ। ਤੇ ਕੋਈ ਫਾਈਨੈਂਸ਼ੀਅਲ ਤਰੀਕਾ ਜਾਂ ਕੋਈ ਤੁਸੀਂ ਵੀ ਤੁਹਾਡੀ ਵੀ ਫਾਈਨੈਂਸ਼ੀਅਲ ਟੀਮ ਹੋਏਗੀ ਜਾਂ ਕਿਸੇ ਤੋਂ ਐਡਵਾਈਸ ਲੈ ਕੇ ਤੁਸੀਂ ਕੋਈ ਸੁਝਾਅਪੂਰਨ ਕਾਰਜਕ੍ਰਮ, ਕੋਈ ਦਿੱਲੀ ਕਮੇਟੀ ਦੇ ਨਾਲ ਕੋਈ ਮੀਟਿੰਗ ਸ਼ਡਿਊਲ ਕਰੋਗੇ? ਕਿਉਂਕਿ ਰਾਜਨੀਤੀ ਠੀਕ ਹੈ ਆਪਣੀ ਥਾਂ ਤੇ ਹੈਗੀ ਹੈ, ਧਰਨੇ ਵੀ ਆਪਣੀ ਥਾਂ ਤੇ ਆ, ਪਰ ਆਪਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਹਨਾਂ ਟੀਚਰਾਂ ਦੇ ਘਰ ਦੇ ਵਿੱਚ ਵੀ ਰੋਟੀ ਨੂੰ ਲੈ ਕੇ, ਮੈਡੀਕਲ ਖਰਚਿਆਂ ਨੂੰ ਲੈ ਕੇ ਕਿੱਲਤ ਹੈਗੀ ਹੈ। ਸੋਲੂਸ਼ਨ ਕਿੱਦਾਂ ਕੱਢ ਸਕਦੇ ਆਪਾਂ? ਭਾਈ ਗੁਰਦਾਸ ਜੀ ਦੇ ਬਾਰੇ 'ਚ ਬੜਾ ਸੋਹਣਾ ਆਂਦਾ, ਕਹਿੰਦੇ ਜੇ ਮਾਓ ਪੁੱਤੇ ਵਿਸ ਦੇ ਤਿਸਤੇ ਕਿਸ ਪਿਆਰਾ, ਜੇ ਘਰ ਭੰਨੈ ਪਾਹਰੂ ਕੌਣ ਰੱਖਣ ਹਾਰਾ, ਬੇੜੀ ਡੋਬੇ ਪਾਤਨੀ ਕਿਉ ਪਾਰ ਉਤਾਰਾ, ਆਗੂ ਲੈ ਉੱਜੜ ਪਵੇ ਕਿਸ ਕਰੇ ਪੁਕਾਰਾ। ਤੁਸੀਂ ਇਹ ਗੱਲ ਜਿਹੜੀ ਕਰ ਰਹੇ ਹੋ ਨਾ ਵੀ ਗੁਰੂ ਘਰ ਦੇ ਵਿੱਚ ਪੈਸਾ ਘੱਟ ਆ ਰਿਹਾ, ਗੁਰੂ ਦੀ ਗੋਲਕਾਂ ਤੇ ਖਜ਼ਾਨੇ ਭਰਨ ਵਾਲੀਆਂ ਨੇ, ਦੂਸਰਿਆਂ ਦੇ ਖਜ਼ਾਨੇ ਭਰਨ ਵਾਲੀਆਂ ਉਹ ਕਿਤਨਾ ਘੱਟ ਸਕਦੀਆਂ? ਸਿਰਫ ਬਦ ਨੀਅਤ ਦੀ ਗੱਲ ਹੋ ਰਹੀ ਹੈ। ਜਿਹੜੇ ਮੈਂਬਰ ਨੇ ਉਹ ਬਦ ਨੀਅਤ ਹੋ ਚੁੱਕੇ ਹੋਏ ਨੇ, ਉਹਨਾਂ ਨੂੰ ਇੰਨਾ ਹੀ ਨਹੀਂ ਸਮਝ ਆ ਰਹੀ ਕਿ ਅਸੀਂ ਪੈਸੇ ਨੂੰ ਰਾਈਟ ਐਂਗਲ ਵਿੱਚ ਖਰਚ ਕਿਵੇਂ ਕਰਨਾ ਹੈ। ਇਹਨੂੰ ਖਰਚ ਕਰਨ ਦਾ ਜਦ ਤੱਕ ਤਰੀਕਾ ਉਹਨਾਂ ਦਾ ਕੋਈ ਨੀਅਤ ਸਾਫ਼ ਕਰਕੇ ਨਹੀਂ ਕਰਦੇ। ਤੁਸੀਂ ਕੀ ਯਕੀਨ ਕਰ ਸਕਦੇ ਹੋ ਕਿ ਬੰਗਲਾ ਸਾਹਿਬ ਗੁਰਦੁਆਰੇ ਦੀ ਗੋਲਕ ਘਟ ਗਈ ਹੋਏਗੀ ਜਾਂ ਕਿਧਰੇ ਪੈਸੇ ਦਸਵੰਧ ਦੇਣਾ ਲੋਕਾਂ ਨੇ ਘੱਟ ਕਰ ਦਿੱਤਾ ਹੋਵੇਗਾ? ਅੱਜ ਲੋਕੀ ਉਸ ਤੋਂ ਵੱਧ ਚੜ ਕੇ ਦੇ ਰਹੇ ਨੇ, ਸਗੋਂ ਤਾਂ ਹੀ ਇਹਨੇ ਸਾਰਾ ਕੁਝ ਸਿਸਟਮ ਚੱਲਿਆ ਗਿਆ। ਇੰਨੇ ਪੈਂਡੇਮਿਕ ਸਿਚੁਏਸ਼ਨ ਦੇ ਅੰਦਰ ਵੀ ਸਿੱਖ ਕੌਮ ਨੇ ਸਰਵਾਈਵ ਵੀ ਕੀਤਾ ਤੇ ਦੂਸਰਿਆਂ ਦੀ ਮਦਦ ਵੀ ਕੀਤੀ ਹੈ। ਇਹਦਾ ਮਤਲਬ ਸਿੱਖ ਕੌਮ ਜਿਹੜੀ ਹੈਗੀ ਹੈ ਉਹ ਦੂਸਰਿਆਂ ਨੂੰ ਦੇਣਾ ਜਾਣਦੀ ਹੈ। ਲੇਕਿਨ ਸਭ ਤੋਂ ਵੱਡੀ ਗੱਲ ਹੈ, ਜਿਸ ਕੌਮ ਦੇ ਆਗੂ ਜਿਹੜੇ ਨੇ ਨਾ ਉਹ ਉਜਾੜੇ ਵਾਲੇ ਪਾਸੇ ਲੈ ਕੇ ਤੁਰ ਪੈਣਾ ਤੇ ਉਹਨੂੰ ਕੋਈ ਵੀ ਰੋਕ ਨਹੀਂ ਸਕਦਾ ਉਹਨੂੰ। ਇੱਥੇ ਤੇ ਸਿਸਟਮ ਮੈਨੇਜਮੈਂਟ ਗਲਤ ਹੋ ਚੁੱਕੀ ਹੋਈ ਹੈ। ਇੱਥੇ ਪ੍ਰੋਬਲਮ ਪੈਸੇ ਦੀ ਨਹੀਂ ਹੈ, ਇੱਥੇ ਪ੍ਰੋਬਲਮ ਬਦ ਨੀਅਤ ਦੀ ਹੈਗੀ ਹੈ। ਉਹ ਜਦ ਤੱਕ ਬਦ ਨੀਅਤ ਠੀਕ ਨਹੀਂ ਹੋਏਗੀ, ਜਦ ਤੱਕ ਇਹ ਸਾਰੇ ਸੁਝਾਅ ਜਿਹੜੇ ਤੁਸੀਂ ਕਹਿ ਰਹੇ ਹੋ ਨਾ ਵੀ ਕਿਸ ਤਰ੍ਹਾਂ ਹੱਲ ਹੋਣਗੇ ਇਹ ਵੇਲੇ, ਇਹ ਹੱਲ ਨਹੀਂ ਹੋ ਸਕਦੇ। ਇਸ ਕਰਕੇ ਇਹਨਾਂ ਨੂੰ ਇੱਕ ਵਾਰੀ ਚੇਂਜ ਲਿਆਉਣਾ ਹੀ ਪਏਗਾ, ਸੰਗਤ ਨੂੰ ਨਾਲ ਆ ਕੇ ਖੜੇ ਹੋਣਾ ਹੀ ਪਏਗਾ। ਠੀਕ ਹੈ, ਧੰਨਵਾਦ ਕਰਦੇ ਹਾਂ। ਕੋਈ ਹੋਰ ਕੁਝ? ਹਾਂਜੀ ਬਿਲਕੁਲ। ਦੇਖੋ ਜਿਵੇਂ ਵੀਰ ਇੰਦਰਜੀਤ ਜੀ ਨੇ ਕਿਹਾ, ਬਦਨੀਅਤ ਦੇ ਨਾਲ ਬਦ ਇੰਤਜ਼ਾਮੀ ਵੀ ਹੈਗੀ ਹੈ। ਤੁਸੀਂ ਦੇਖਿਆ ਹੋਣਾ ਕੱਲ ਪਰਸੋਂ ਜਿਹੜੀ ਗੁਰਵਿੰਦਰ ਸਿੰਘ ਸੈਣੀ ਨੇ ਇੱਕ ਜਿਹੜੀ ਕੰਪਲੇਂਟ ਲਿਖਾਈ ਹੈ ਥਾਣੇ ਦੇ ਵਿੱਚ, ਬਈ ਦਿੱਲੀ ਕਮੇਟੀ ਦੇ ਇੱਕ ਮੈਂਬਰ ਨੇ ਆਪਣੇ ਪਰਿਵਾਰ ਨੂੰ ਕੰਮ ਦਿਵਾ ਕੇ 91 ਲੱਖ ਰੁਪਏ ਦਾ ਜੋ ਛਪਾਈ ਦਾ ਘੁਟਾਲਾ ਉਹਨਾਂ ਨੇ ਇਸ ਟਾਈਟਲ ਨੂੰ ਦਿੱਤਾ ਵੇ। ਉਹਦੇ ਤੁਸੀਂ ਦੇਖਿਆ ਹੋਣਾ ਲਾਕਡਾਊਨ ਦੇ ਦੌਰਾਨ ਵੀ ਉਹਨਾਂ ਨੂੰ ਪੇਮੈਂਟਾਂ ਹੋ ਰਹੀਆਂ ਨੇ। ਇੱਥੋਂ ਤੱਕ ਕਿ 30 ਮਈ 2020 ਨੂੰ ਜਦੋਂ ਪੂਰਾ ਇੰਡੀਆ ਪੂਰਾ ਦੇਸ਼ ਬੰਦ ਸੀ, ਇੱਥੋਂ ਤੱਕ ਕਿ ਸ਼ਾਇਦ ਉਸ ਵੇਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵੀ ਬੰਦ ਸੀ, ਉਸ ਵੇਲੇ ਵੀ ਅਗਰ ਉਹ ਪੇਮੈਂਟ 1,36,000 ਰੁਪਏ ਦੀ ਹੋ ਰਹੀ ਹੈ ਤੇ ਵੀਰ ਜੀ ਇਸ ਤੋਂ ਵੱਡੀ ਬਦ ਇੰਤਜ਼ਾਮੀ ਕੀ ਹੋਏਗੀ?
ਔਰ ਜਿੱਥੋਂ ਤੱਕ ਗੱਲ ਹੈ ਅਪੋਜੀਸ਼ਨ ਵਾਲੀ, ਮੈਂ ਪਹਿਲੇ ਵੀ ਅਗਰ ਗੱਲ ਕਹੀਏ ਬਈ ਅਗਰ ਅਪੋਜੀਸ਼ਨ, ਪਹਿਲੀ ਗੱਲ ਤੇ ਅਸੀਂ ਕਰ ਨਹੀਂ ਰਹੇ, ਦੂਸਰੀ ਗੱਲ ਜੇ ਅਪੋਜੀਸ਼ਨ ਨਹੀਂ ਹੋਏਗੀ ਤਾਂ ਸਾਹਮਣੇ ਵਾਲਾ ਡਿਕਟੇਟਰ ਬਣ ਜਾਏਗਾ। ਇਸ ਟਾਈਮ ਡਿਕਟੇਟਰ ਬਣੇ ਸਾਹਮਣੇ ਵਾਲਾ ਮੈਂ ਇਹੀ ਗੱਲ ਕਹੀ ਹੈ, ਮੈਂ ਇਹੀ ਗੱਲ ਕਹੀ। ਹਾਂ ਬਸ ਅਸੀਂ ਡਿਕਟੇਟਰ ਨਹੀਂ ਬਣਨ ਦੇਣਾ ਚਾਹੁੰਦੇ, ਉਹਦੇ ਬਾਵਜੂਦ ਵੀ ਅਸੀਂ ਅਪੋਜੀਸ਼ਨ ਦਾ ਕੰਮ ਨਹੀਂ ਕਰ ਰਹੇ। ਅਸੀਂ ਚਾਹੁੰਦੇ ਹਾਂ ਸਾਡੀ ਭੈਣਾਂ ਨੂੰ, ਸਾਡੀ ਧੀਆਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ। ਇਹ ਗੱਲ ਦੱਸੋ, ਅੱਜ ਤੁਸੀਂ ਘਰ ਘਰ ਰਾਸ਼ਨ ਭਿਜਵਾ ਰਹੇ ਹੋ, ਘਰ ਘਰ ਤੁਸੀਂ ਲੰਗਰ ਭਿਜਵਾ ਰਹੇ ਹੋ। ਹੁਣੇ ਤੁਸੀਂ ਖੁਦ ਇੱਕ ਮੇਰੇ ਵੀਰ ਦੀ ਸੁਣੀਏ ਜਿਹੜੇ ਲਾਸਟ ਜਿਨ੍ਹਾਂ ਨੇ ਐਮਟੀਐਸ ਦਾ ਕਿਹਾ, ਮੈਂ ਹੈਗਾ ਮੈਂ 29 ਸਾਲ ਤੋਂ ਨੌਕਰੀ ਕਰ ਰਿਹਾ। ਕੀ ਤੁਹਾਡਾ ਦਿਲ ਨਹੀਂ ਪਸੀਚਾ ਹੋਣਾ? ਸ਼ਾਇਦ ਤੁਸੀਂ ਚੈਨਲ ਦੇ ਮਾਧਿਅਮ ਤੋਂ ਕੰਮ ਕਰਦੇ ਹੋ ਤੇ ਤੁਸੀਂ ਰੋਜ਼ ਇਹੋ ਚੀਜ਼ਾਂ ਦੇਖਦੇ ਹੋ, ਲੇਕਿਨ ਸਾਨੂੰ ਬੜੇ ਦੁੱਖ ਲੱਗਦਾ ਹੈ। ਦੁੱਖ ਜਦੋਂ ਟੀਵੀ ਤੇ ਖਬਰ ਸੁਣੀ ਦੀ ਹੈ ਵੀ ਫਲਾਣੀ ਜਗ੍ਹਾ ਐਕਸੀਡੈਂਟ ਹੋ ਗਿਆ, ਇੰਨੇ ਬੰਦੇ ਮਾਰ ਗਏ ਨੇ, ਦੁੱਖ ਲੱਗਦਾ ਹੈ, ਕੁਝ ਟਾਈਮ ਵਾਸਤੇ ਲੱਗਦਾ ਹੈ। ਜਦੋਂ ਉਹ ਹਾਦਸਾ ਪਰਮਾਤਮਾ ਨਾ ਕਰੇ ਆਪਣੇ ਪਰਿਵਾਰ ਤੇ ਬੀਤਦਾ ਨਾ, ਫਿਰ ਉਹ ਜ਼ਖਮ ਭਰਦੇ ਨਹੀਂ ਨੇ। ਅੱਜ ਸਾਡੇ ਇਹ ਹਾਦਸਾ ਸਾਡੇ ਪਰਿਵਾਰ ਤੇ ਬੀਤਿਆ ਹੋਇਆ ਵੇ। ਅੱਜ ਦੂਸਰਿਆਂ ਵਾਸਤੇ ਸੁਣਦੇ ਸਾਂ ਬਈ ਉਹਨਾਂ ਨੂੰ ਨਹੀਂ ਤਨਖਾਹਾਂ ਮਿਲਦੀਆਂ, ਮੁਜ਼ਾਹਰੇ ਧਰਨੇ ਲੱਗ ਰਹੇ ਨੇ। ਅੱਜ ਸਾਡਾ ਜਦੋਂ ਪਰਿਵਾਰ ਮੁਜ਼ਾਹਰੇ ਕਰ ਰਿਹਾ, ਧਰਨੇ ਲਗਾ ਰਿਹਾ, ਉਸ ਵੇਲੇ ਸਾਨੂੰ ਦੁੱਖ ਲੱਗ ਰਿਹਾ ਵੇ ਬਈ ਜੋ ਇਹ ਮਾੜਾ ਕੰਮ ਹੋ ਰਿਹਾ ਵੇ। ਜੀ ਸੰਗਤ ਜੀ, ਸੰਗਤ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ, ਇੱਕ ਅਪੀਲ ਕਰਨਾ ਚਾਹਾਂਗਾ ਸਾਰੇ ਸੰਸਾਰ ਭਰ ਦੇ ਗੁਰੂ ਨਾਨਕ ਨਾਮ ਲੇਵਾ ਨੂੰ ਬਈ ਸਾਧ ਸੰਗਤ ਜੀ ਅੱਗੇ ਆਓ। ਜੇ ਤੁਸੀਂ ਆਪਣੇ ਪਰਿਵਾਰ, ਆਪਣੀ ਧੀਆਂ, ਆਪਣੇ ਭੈਣਾਂ, ਆਪਣੇ ਬੱਚਿਆਂ ਵਾਸਤੇ ਆਵਾਜ਼ ਨਹੀਂ ਚੁੱਕੋਗੇ ਤਾਂ ਕੌਣ ਚੁੱਕੇਗਾ? ਦੂਸਰੀ ਅਪੀਲ ਮੈਂ ਕਰਨਾ ਚਾਹਾਂਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ, ਵੀਰ ਜੀ ਯਕੀਨ ਮੰਨਣਾ ਬੜੇ ਮੈਂਬਰ ਐਸੇ ਨੇ ਜਿਹੜੇ ਅੰਦਰੋਂ ਕਲਪੇ ਪਏ ਨੇ, ਜਿਹੜੇ ਛੱਡ ਕੇ ਵੀ ਆ ਗਏ ਆ, ਜਿਹੜੇ ਬਿਲਕੁਲ ਛੱਡ ਕੇ ਵੀ ਆ ਗਏ, ਜਿਹੜੇ ਅੰਦਰੋਂ ਪਰੇਸ਼ਾਨ ਨੇ, ਲੇਕਿਨ ਉਹ ਉਹਨਾਂ ਦੀ ਮਜਬੂਰੀਆਂ ਐਸੀਆਂ ਨੇ ਬਈ ਉਹਨਾਂ ਉੱਤੇ ਇਹੋ ਜਿਹੇ ਇਲਜ਼ਾਮ ਲਗਾ ਦਿੱਤੇ ਜਾਂਦੇ ਨੇ ਵੀ ਉਹ ਛੋੜ ਕੇ ਜਾਣ ਕਿਤੇ। ਅੱਜ ਮੈਂ ਉਹਨਾਂ ਨੂੰ ਬੇਨਤੀ ਕਰਾਂਗੇ ਆਪਣੇ ਮਰੇ ਹੋਏ ਜ਼ਮੀਰ ਨੂੰ ਜਗਾਓ, ਜਾਗੋ। ਅੱਜ ਸਾਰੀ ਕੌਮ ਤੁਹਾਡੇ ਵੱਲ ਤਰਾਹੀ ਕਰਕੇ ਅੱਖਾਂ ਨਾਲ ਤੁਹਾਨੂੰ ਦੇਖਦੀ ਪਈ ਹੈ। ਔਰ ਖਾਸ ਕਰਕੇ ਮੈਂ ਬੇਨਤੀ ਕਰਾਂਗਾ ਬੀਬੀ ਰਣਜੀਤ ਕੌਰ ਨੂੰ, ਜਿਹੜੇ ਕਿ ਇੱਕ ਬੀਬੀ ਵੀ ਹੈਗੇ ਨੇ, ਲੇਡੀਜ਼ ਵੀ ਹੈਗੇ ਨੇ, ਇੱਕ ਟੀਚਰ ਵੀ ਹੈ ਨੇ, ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਨੇ। ਉਹਨਾਂ ਨੂੰ ਚਾਹੀਦਾ ਹੈ ਬਈ ਆਪਣੀ ਪੋਸਟ ਤੋਂ ਅਸਤੀਫਾ ਦੇਣ ਔਰ ਇਹਨਾਂ ਭੈਣਾਂ ਦੇ ਨਾਲ ਆ ਕੇ ਖੜੇ ਹੋਣ ਜਿਨ੍ਹਾਂ ਦੇ ਨਾਲ ਉਹ ਬੈਠ ਇੱਥੇ ਆਪਣਾ ਟੀਚਿੰਗ ਦਾ ਰੋਲ ਅਦਾ ਕਰਦੀਆਂ ਨੇ, ਤੇ ਇਹਨਾਂ ਦੇ ਹੱਕ 'ਚ ਆਵਾਜ਼ ਚੁੱਕਣ। ਮੈਂ ਉਹਨਾਂ ਨੂੰ ਵੀ ਨਾਲ ਬੇਨਤੀ ਕਰਨਾ ਚਾਹਾਂਗਾ। ਜੀ ਬਿਲਕੁਲ ਮੌਜੂਦ ਹੈਗੇ ਆ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੇ ਬਾਹਰ। ਤੁਸੀਂ ਦੇਖ ਰਹੇ ਹੋ ਕਿ ਇਹ ਧਰਨਾ ਲਗਾਤਾਰ ਕਹਿੰਦੇ ਜੀ 3 ਹਫ਼ਤੇ ਤੋਂ ਵੱਧ ਹੋ ਗਏ ਆ ਇਹ ਧਰਨਾ ਲੱਗਾ ਹੋਇਆ। ਅੱਜ ਇੱਕ ਹੋਰ ਸਕੂਲ ਵੀ ਇਹਨਾਂ ਨਾਲ ਰਲ ਗਿਆ ਹੈਗਾ, ਯਾਨੀ ਕਿ 2 ਸਕੂਲ ਜਿਹੜਾ ਰਲ ਕੇ ਉਹਦੇ ਟੀਚਰਸ ਜਿਹੜਾ ਸਟਾਫ ਰਲ ਕੇ ਧਰਨਾ ਲਾ ਰਹੇ। 2 ਕਹਿੰਦੇ ਜੀ ਇਨਡਾਇਰੈਕਟ ਤਰੀਕੇ ਨਾਲ ਵੀ ਉਹ ਸਪੋਰਟ ਕਰ ਰਹੇ ਆ, ਪਰ ਮਸਲਾ ਹੈ ਕਿ ਕਿੰਨੇ ਦਿਨ ਤੱਕ ਇਹ ਧਰਨਾ ਲੱਗਾ ਰਹੇਗਾ, ਕਿ ਇਸ ਦੇ ਉੱਪਰ ਜੋ ਸਾਡੇ ਪ੍ਰਬੰਧਕ ਨੇ ਕੋਈ ਕਾਰਵਾਈ ਕਰਕੇ ਇਸ ਮੁੱਦੇ ਨੂੰ ਠੱਲ ਪਾਣਗੇ ਜਾਂ ਨਹੀਂ। ਵਿਪਕਸ਼ ਵੀ ਆਪਣਾ ਰੋਲ ਅਦਾ ਕਰ ਰਿਹਾ, ਜੇ ਵਿਪਕਸ਼ ਨਹੀਂ ਅਦਾ ਕਰਦਾ ਤਾਂ ਉਹਨੂੰ ਕਮਜ਼ੋਰ ਵਿਪਕਸ਼ ਵੀ ਕਿਹਾ ਜਾਏਗਾ। ਸੋ ਜੇ ਵਿਪਕਸ਼ ਇਸ ਮੁੱਦੇ ਦੇ ਉੱਪਰ ਜੇ ਰਾਜਨੀਤੀ ਕਰ ਰਿਹਾ ਤਾਂ ਕਰਨੀ ਵੀ ਚਾਹੀਦੀ ਹੈ, ਕਿਉਂਕਿ ਮੁੱਦਾ ਸਕੂਲ ਪ੍ਰਬੰਧਨ ਤੋਂ, ਦਿੱਲੀ ਕਮੇਟੀ ਦੇ ਪ੍ਰਬੰਧਨ ਤੋਂ ਜੁੜਿਆ ਹੋਇਆ। ਜੇ ਪ੍ਰਬੰਧਨ ਦੇ ਵਿੱਚ ਕੋਈ ਖਾਮੀਆਂ ਹੈ ਤਾਂ ਜੇ ਵਿਪਕਸ਼ ਚੁੱਪ ਬੈਠਾ ਹੈ ਤਾਂ ਉਹ ਵੀ ਉਹਦੀ ਨਲਾਇਕੀ ਮੰਨੀ ਜਾਏਗੀ। ਸੋ ਇਹ ਮੁੱਦਾ ਕਦੋਂ ਤੱਕ ਜਿਹੜਾ ਹੈਗਾ ਚੱਲਦਾ ਰਹੇਗਾ, ਲੰਮੇਰਾ ਹੁੰਦਾ ਰਹੇਗਾ, ਕਿਉਂਕਿ ਤਕਰੀਬਨ ਦੂਸਰਾ ਤੀਸਰਾ ਪ੍ਰੋਗਰਾਮ ਅਸੀਂ ਐਸੇ ਧਰਨੇ ਦੇ ਉੱਪਰ ਹੀ ਕਰਦੇ ਪਏ ਹੈਗੇ ਆ। ਦੇਖਦੇ ਹਾਂ ਕਿ ਕਦੋਂ ਹੀ ਇਹ ਧਰਨਾ ਉੱਠਦਾ ਹੈਗਾ, ਉਹਦੀ ਅਪਡੇਟ ਤੁਹਾਨੂੰ ਲਗਾਤਾਰ ਅਸੀਂ ਦਿੰਦੇ ਰਵਾਂਗੇ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਦਿੱਲੀ ਤੋਂ ਦਾਸ ਗੁਰਪ੍ਰੀਤ ਸਿੰਘ ਪੁਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬੋਲੇ ਸੋਹਣੇ ਹਾਲ